योगा ਦੇ ਵਿੱਚ ਕੀ ਇਹੋ ਜਿਹਾ ਖਾਸ ਹੈ ਜਿਹੜਾ ਕਿ ਸਾਡੀ ਆਡੀਅנס ਜਾਣ ਸਕੇ ਕਿਉਂਕਿ ਜੇਕਰ ਦੇਖਿਆ ਜਾਵੇ ਫਿਜ਼ੀਕਲੀ ਸਟਰੋਂਗ ਤਾਂ ਕੋਈ ਐਕਸਰਸਾਈਜ਼ ਦੇ ਨਾਲ ਜਿਮਿੰਗ ਕਰਨ ਦੇ ਨਾਲ ਡਾਈਟ ਕਰਨ ਦੇ ਨਾਲ ਹੋ ਜਾਂਦਾ ਬਟ ਯੋਗਾ ਸਾਨੂੰ ਮੈਂਟਲੀ ਜ਼ਿਆਦਾ ਸਟਰੋਂਗ ਕਰਨ ਵਿੱਚ ਹੈਲਪ ਕਰਦੀ ਹੈ। ਹਾਂਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਅੱਜ ਕੱਲ੍ਹ ਦੇ ਟਾਈਮ ਦੇ ਅਕੋਰਡਿੰਗ ਯੋਗਾ ਬਹੁਤ ਹੀ ਜ਼ਰੂਰੀ ਹੋ ਗਿਆ। ਪਹਿਲਾਂ ਦੇ ਲਾਈਫ ਸਟਾਈਲ ਦੇ ਵਿੱਚ ਯੋਗਾ ਸਿਰਫ ਉਹ ਕਰਦੇ ਸੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ, ਕਿਸੇ ਨੂੰ ਕੋਈ ਲੀਵਰ ਅਕੋਰਡਿੰਗ ਪ੍ਰੋਬਲਮ ਹੈ, ਕਿਸੇ ਨੂੰ ਓਲਡ ਏਜ ਦੇ ਅਕੋਰਡਿੰਗ ਰਿਕੁਆਇਰਮੈਂਟ ਲੱਗ ਰਹੀ ਹੈ। ਹੁਣ ਇਹ ਲਾਈਫ ਸਟਾਈਲ ਦਾ ਪਾਰਟ ਬਣਨਾ ਚਾਹ ਰਿਹਾ ਕਿਉਂਕਿ ਇਹ ਜ਼ਰੂਰਤ ਹੈ ਅੱਜ ਕੱਲ੍ਹ ਦੇ ਸਮੇਂ ਦੀ। ਜਿੰਨਾ ਸਟ੍ਰੈਸਫੁਲ ਸਮਾਂ ਚੱਲ ਰਿਹਾ ਹੈ, ਬਹੁਤ ਸਾਰਾ ਬਿਜ਼ੀ ਸਕੇਡਿਊਲ ਚੱਲ ਰਿਹਾ ਹੈ, ਉਹਦੇ ਵਿੱਚ ਆਪਣੇ ਆਪ ਦੇ ਲਈ ਸਮੇਂ ਨਿਕਾਲਣਾ ਬਹੁਤ ਜ਼ਰੂਰੀ ਹੋ ਗਿਆ। ਯੋਗਾ ਜੋ ਹੈ ਉਹ ਜ਼ਰੂਰੀ ਹੋ ਗਿਆ ਤਾਂ ਕਿ ਆਪਾਂ ਆਪਣੇ ਮਾਨਸਿਕ ਸਥਿਤੀ ਨੂੰ ਵੀ ਉਨਾ ਹੀ ਪ੍ਰੈਫਰੈਂਸ ਦੇਈਏ ਜਿੰਨਾ ਆਪਾਂ ਬਾਕੀ ਚੀਜ਼ਾਂ ਨੂੰ ਦਿੰਦੇ ਹਾਂ, ਤਾਂ ਕਿ ਬਾਕੀ ਜੋ ਜੀਵਨ ਹੈ ਉਹ ਥੋੜ੍ਹਾ ਹੋਰ ਆਸਾਨ ਲੱਗੇ। ਯੋਗਾ ਕਿੰਨਾ ਕੁ ਸਮਾਂ ਰੋਜ਼ਾਨਾ ਕਰਨੀ ਚਾਹੀਦੀ ਹੈ ਕਿ ਤੁਹਾਡੀ ਬਾਡੀ ਜਿਹੜੀ ਹੈ ਬਿਲਕੁਲ ਫਿਜ਼ੀਕਲੀ ਤੇ ਮੈਂਟਲੀ ਫਿਟ ਹੋਵੇ? ਹੁਣ ਅਗਰ ਮੈਂ ਕਹਾਂ ਕਿ 1 ਘੰਟੇ ਦੀ ਪ੍ਰੈਕਟਿਸ ਅਸੀਂ ਰੋਜ਼ ਕਰਨੀ ਹੀ ਕਰਨੀ ਹੈ, ਪਰ ਕੋਈ ਕਹੇ ਕਿ 1 ਘੰਟਾ ਨਿਕਾਲਣਾ ਹੈ, ਇਹ ਤਾਂ ਪੋਸੀਬਲ ਨਹੀਂ ਹੈ। ਹੁਣ ਅਸੀਂ 1 ਘੰਟਾ ਆਪਣੇ ਆਪ ਦੇ ਲਈ ਬੈਠ ਕੇ ਸਮੇਂ ਨਿਕਾਲ ਕੇ ਬਾਕੀ ਸਾਰੇ ਕੰਮ ਕਿੱਦਾਂ ਕਰਾਂਗੇ? ਦੇਖੋ ਹੁਣ ਜਿਵੇਂ 1 ਘੰਟਾ ਤਾਂ ਨਾਰਮਲੀ ਅੱਜ ਕੱਲ੍ਹ ਲੋਕ ਫੋਨ ਤੇ ਰੀਲਸ ਦੇਖ ਕੇ ਨਿਕਾਲ ਲੈਣਗੇ। ਜੋ ਸ਼ੁਰੂ ਆਪਾਂ ਕਰਦੇ ਹਾਂ ਤਾਂ ਉਹ 15 ਮਿੰਟ ਦੀ ਐਕਸਰਸਾਈਜ਼ ਸਿਰਫ ਆਪਣੇ ਬ੍ਰੈਥ ਵਰਕ ਤੋਂ, ਪ੍ਰਾਣਾਯਾਮ ਤੋਂ, ਸਿਰਫ ਇੱਥੋਂ ਸ਼ੁਰੂ ਕਰਾਂਗੇ। ਜਦੋਂ ਮਨ ਲੱਗਣ ਲੱਗ ਜਾਏਗਾ, ਜਦੋਂ ਸਾਹਾਂ ਦੀ ਸਮਝ ਆਉਣ ਲੱਗ ਜਾਏਗੀ, ਫਿਰ ਹੋਰ ਮਨ ਕਰੇਗਾ ਕਿ ਆਪਾਂ ਆਪਣੀ ਸਿਹਤ ਵੱਲ ਦੇਖੀਏ, ਹੋਰ ਇਹਦੇ ਵਿੱਚ ਕੀ ਕੀ ਕਰ ਸਕਦੇ ਹਾਂ ਉਹਨੂੰ ਸਮਝੀਏ। ਇਸ ਤੋਂ ਇਲਾਵਾ ਆਸਨ ਕਰੀਏ, ਬਾਡੀ ਨੂੰ ਆਪਣੇ ਆਪ ਹੀ ਆਪਣੇ ਸਾਹਾਂ ਨਾਲ ਕਿਸ ਤਰ੍ਹਾਂ ਠੀਕ ਕਰਾਂਗੇ ਉਹ ਸਮਝ ਆਉਣ ਲੱਗ ਜਾਏਗਾ। ਫਿਰ ਆਪਣੇ ਆਪ 1 ਘੰਟਾ ਨਿਕਾਲਣਾ ਸੌਖਾ ਲੱਗਣ ਲੱਗ ਜਾਏਗਾ। ਜੇ ਸਵੇਰੇ ਨਹੀਂ ਸਮਾਂ ਤਾਂ ਸ਼ਾਮੀ ਵੀ ਕਰ ਲਿੱਤਾ ਜਾਵੇ, ਬਟ ਤੁਹਾਡੇ ਮੁਤਾਬਕ ਤੁਸੀਂ ਐਕਸਪਰਟ ਹੋ, ਤੁਸੀਂ ਦੱਸੋ ਕਿਵੇਂ ਯੋਗਾ ਜਿਹੜਾ ਹੈ ਜ਼ਿਆਦਾਤਰ ਇਫੈਕਟਿਵ ਰਹਿਣ ਵਾਲਾ ਹੈ? ਮੇਰੇ ਅਕੋਰਡਿੰਗ ਤਾਂ ਸਵੇਰ ਦੇ ਸਮੇਂ ਆਪਾਂ ਯੋਗਾ ਕਰੀਏ ਤਾਂ ਬਹੁਤ ਜ਼ਿਆਦਾ ਇਫੈਕਟਿਵ ਹੈ ਕਿਉਂਕਿ ਜੋ ਆਪਣੇ ਪ੍ਰਾਣਾਯਾਮ ਹੈ ਆਪਣੀ ਬਾਡੀ ਦੇ ਵਿੱਚ ਜ਼ਿਆਦਾਤਰ ਜੋ ਪ੍ਰਾਣਾਯਾਮ ਹੈ ਉਹ ਆਪਣੀ ਬਾਡੀ ਦੇ ਵਿੱਚ ਗਰਮਾਹਟ ਬਣਾਉਂਦੇ ਨੇ, ਤੇ ਗਰਮਾਹਟ ਆਪਾਂ ਸਵੇਰੇ ਸਵੇਰੇ ਬਣਾਈ ਹੈ ਬਾਡੀ ਦੇ ਵਿੱਚ, ਫਿਰ ਆਪਾਂ ਦਿਨਚਰਿਆ ਦੇ ਵਿੱਚ ਢਲ ਗਏ ਆ ਤਾਂ ਉਹ ਚੱਲ ਜਾ ਰਿਹਾ ਹੈ। ਪਰ ਸ਼ਾਮ ਨੂੰ ਕੁਝ ਪ੍ਰਾਣਾਯਾਮ ਕਰ ਹੀ ਨਹੀਂ ਸਕਦੇ, ਸੂਰਜ ਢਲਣ ਤੋਂ ਬਾਅਦ ਕੁਝ ਪ੍ਰਾਣਾਯਾਮ ਕਰ ਹੀ ਨਹੀਂ ਸਕਦੇ। ਜੋ ਥਾਇਰਾਇਡ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਸਾਰੀਆਂ ਬਿਮਾਰੀਆਂ ਦਾ ਹੱਲ ਇੱਕ ਯੋਗ ਦੇ ਵਿੱਚ ਹੀ ਹੈ। ਤਾਂ ਇਹ ਆਸਨ ਜਿਹੜੇ ਨੇ ਕਿਹੜੇ ਕਿਹੜੇ ਤੁਸੀਂ ਦੱਸਦੇ ਹੋ ਖਾਸ ਇੰਪੋਰਟੈਂਟ ਜਿਹੜੇ ਕਹਿ ਸਕਦੇ ਵੀ ਸਾਡੀ ਆਡੀਅנס ਨੂੰ ਅੱਜ ਪਤਾ ਲੱਗ ਜਾਵੇ ਇਸ ਵੀਡੀਓ ਦੇ ਵਿੱਚ? ਠੀਕ ਹੈ, ਤਾਂ ਜੇ ਆਪਾਂ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਆਸਨ ਤੋਂ ਪਹਿਲਾਂ ਆਉਂਦੇ ਨੇ ਪ੍ਰਾਣਾਯਾਮ। ਤਾਂ ਬ੍ਰੈਥ ਵਰਕ ਦੇ ਨਾਲ ਆਪਾਂ ਆਪਣੀ ਬਾਡੀ ਦੇ ਨਾਲ ਐਕਸਪੈਰੀਮੈਂਟ ਕਰਦੇ ਹਾਂ। ਬਾਡੀ ਨਾਲ ਐਕਸਪੈਰੀਮੈਂਟ ਆਪਾਂ ਆਪਣੀ ਬਾਡੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਣੀ ਨਾੜੀਆਂ ਨੂੰ ਉਸ ਤਰ੍ਹਾਂ ਖੋਲ ਰਹੇ ਹਾਂ, ਬੰਦ ਕਰ ਰਹੇ ਹਾਂ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਆਪ ਨੂੰ ਆਪ ਹੀ ਠੀਕ ਕਰਨਾ, ਆਪਣੇ ਸਾਹਾਂ ਦੇ ਨਾਲ ਹੀ ਠੀਕ ਕਰਨਾ। ਜੋ ਤੁਸੀਂ ਜ਼ਿਕਰ ਕੀਤਾ ਕਿ ਥਾਇਰਾਇਡ ਦੀ ਪ੍ਰੋਬਲਮ ਹੈ ਉਹ ਆਪਾਂ ਜਲੰਧਨ ਬੰਦ ਦੇ ਨਾਲ ਕਰਦੇ ਹਾਂ। ਆਪਣੀ ਬਾਡੀ ਦੇ ਵਿੱਚ ਇੱਕ ਬੰਦ ਹੈ, ਲੌਕ ਲਗਾਉਂਦੇ ਹਾਂ ਆਪਾਂ, ਫਿਰ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਥਾਇਰਾਇਡ ਲਈ ਬਹੁਤ ਇਫੈਕਟਿਵ ਹੈ। ਯੋਗਾ ਦੇ ਵਿੱਚ ਵੀ ਕੋਈ ਗਲਤੀ ਹੋ ਸਕਦੀ ਕਿਉਂਕਿ ਜਿਮ ਦੇ ਵਿੱਚ ਤਾਂ ਜਦੋਂ ਜਾਂਦੇ ਹੋ ਉਹ ਕਹਿ ਦਿੰਦੇ ਵੀ ਤੁਸੀਂ ਐਕਸਪਰਟ ਜੇ ਖੜਾ ਤੁਹਾਡੇ ਕੋਲ ਤਾਂ ਤੁਸੀਂ ਕਰੋ, ਅਦਰਵਾਈਜ਼ ਯੋਗਾ ਦੇ ਵਿੱਚ ਵੀ ਕੁਝ ਇਹੋ ਜਿਹੀ ਗਲਤੀਆਂ ਹੋ ਸਕਦੀਆਂ ਨੇ? ਗਲਤੀਆਂ ਹੋ ਸਕਦੀਆਂ ਨੇ ਜੋ ਆਪਾਂ ਫੈਂਸੀ ਆਸਨਸ ਵਿੱਚ ਜਿਵੇਂ ਗੱਲ ਕੀਤੀ ਹੈ ਨਾ, ਐਡਵਾਂਸ ਆਸਨ ਹੁੰਦੇ ਨੇ, ਉਹਦੇ ਵਿੱਚ ਅਗਰ ਆਪਾਂ ਨੂੰ ਅਲਾਈਨਮੈਂਟ ਨਹੀਂ ਪਤਾ, ਆਪਾਂ ਨੂੰ ਆਪਣੇ ਸਾਹਾਂ ਦਾ ਨਹੀਂ ਪਤਾ ਕਿ ਕਦੋਂ ਸਾਹ ਲੈਣਾ ਤੇ ਕਦੋਂ ਸਾਹ ਛੱਡਣਾ ਹੈ, ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਇੰਜਰੀ ਆਉਣ ਦਾ ਚਾਂਸ ਹੁੰਦਾ ਹੈ। ਤੁਹਾਡੇ ਕੋਲ ਜੇ ਕੋਈ ਐਕਸਪਰਟ ਖੜਾ ਉਹ ਤਾਂ ਤੁਹਾਨੂੰ ਸੰਭਾਲ ਲੇਗਾ, ਉਹ ਤੁਹਾਨੂੰ ਗਿਰਨ ਨਹੀਂ ਦੇਗਾ, ਸੰਭਾਲ ਲੇਗਾ। ਪਰ ਅਗਰ ਤੁਸੀਂ ਇਕੱਲੇ ਇੱਦਾਂ ਦੀ ਚੀਜ਼ ਪ੍ਰੈਕਟਿਸ ਕਰ ਰਹੇ ਹੋ ਤਾਂ ਪੋਸੀਬਿਲਿਟੀ ਹੈ ਕਿ ਤੁਸੀਂ ਇੰਜਰੀ ਕਰਵਾ ਲਓ। ਕੀ ਯੋਗਾ ਦੇ ਨਾਲ ਡਿਪਰੈਸ਼ਨ ਵਰਗੀ ਬਿਮਾਰੀ, ਸਟ੍ਰੈਸ, ਐਂਗਜ਼ਾਇਟੀ ਇਹ ਸਭ ਕੁਝ ਖਤਮ ਹੋ ਸਕਦਾ ਹੈ? ਬਿਲਕੁਲ। ਜੋ ਡਿਪਰੈਸ਼ਨ ਹੈ, ਜੋ ਐਂਗਜ਼ਾਇਟੀ ਹੈ, ਇਹ ਸਭ ਕੁਝ ਆਪਣੇ ਅੰਦਰ ਬਾਡੀ 'ਚ ਚੱਲ ਰਹੀ ਜੋ ਹਾਰਮੋਨ ਹੈ ਉਹ ਚੇਂਜ ਹੁੰਦੇ ਨੇ, ਕੁਝ ਵੱਧ ਜਾ ਰਿਹਾ ਹੈ, ਕੁਝ ਘਟ ਜਾ ਰਿਹਾ ਹੈ, ਬਸ ਉਹਦੇ ਨਾਲ ਹੀ ਇਹ ਸਭ ਹੋ ਰਿਹਾ। ਔਰ ਯੋਗਾ ਦੇ ਵਿੱਚ ਇੰਨੀ ਕੈਪੇਬਿਲਿਟੀ ਹੈ ਕਿ ਉਹ ਸਾਰੀ ਚੀਜ਼ਾਂ ਦਾ ਸੋਲੂਸ਼ਨ ਨਿਕਾਲ ਸਕਦਾ ਹੈ। ਪਰ ਇਹ ਬਹੁਤ ਹੀ ਸਲੋ ਪ੍ਰੋਸੈਸ ਹੈ, ਹੌਲੀ ਹੌਲੀ ਹੁੰਦਾ ਹੈ, ਸਬਰ ਦੇ ਨਾਲ ਹੁੰਦਾ ਹੈ। ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਬਲੀਨ ਕੌਰ। ਅੱਜ ਇੰਟਰਨੈਸ਼ਨਲ ਯੋਗਾ ਡੇ ਦੇਸ਼ ਭਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਤਸਵੀਰਾਂ ਯੋਗਾ ਡੇ ਦੇ ਰਿਲੇਟਡ ਸਾਹਮਣੇ ਆਈਆਂ ਨੇ। ਤੇ ਜੇਕਰ ਗੱਲਬਾਤ ਕੀਤੀ ਜਾਵੇ ਯੋਗਾ ਦੀ ਤਾਂ ਇੱਕ ਇਹੋ ਜੀ ਐਕਸਰਸਾਈਜ਼ ਅਸੀਂ ਇਹਨੂੰ ਕਹਿ ਸਕਦੇ ਹਾਂ ਜੋ ਕਿ ਸਿਰਫ ਫਿਜ਼ੀਕਲੀ ਤੁਹਾਨੂੰ ਫਿਟ ਨਹੀਂ ਕਰਦੀ, ਤੁਹਾਨੂੰ ਮੈਂਟਲੀ ਬਹੁਤ ਜ਼ਿਆਦਾ ਸਟਰੋਂਗ ਕਰ ਦਿੰਦੀ ਹੈ। ਸਾਡੇ ਨਾਲ ਆਰਜ਼ੂ ਮੌਜੂਦ ਹੈ ਜੋ ਕਿ ਇੱਕ ਯੋਗਾ ਦੇ ਟ੍ਰੇਨਰ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਯੋਗਾ ਦੇ ਵਿੱਚ ਇਹੋ ਜਿਹਾ ਕੀ ਖਾਸ ਹੈ ਕਿ ਲੋਕ ਉਸ ਚੀਜ਼ ਨੂੰ ਸਮਝਦੇ ਤਾਂ ਹੈ ਪਰ ਇੱਕ ਬਿਲੀਵ ਜਿਹੜਾ ਉਹਨਾਂ ਦੇ ਕਰਨਾ ਉਸ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਸਤਿ ਸ਼੍ਰੀ ਅਕਾਲ ਆਰਜ਼ੂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੰਨੀ ਦੇਰ ਤੋਂ ਯੋਗਾ ਕਰ ਰਹੇ ਹੋ ਤੇ ਯੋਗਾ ਦੇ
ਵਿੱਚ ਕੀ ਇਹੋ ਜਿਹਾ ਖਾਸ ਹੈ ਜਿਹੜਾ ਕਿ ਸਾਡੀ ਆਡੀਅנס ਜਾਣ ਸਕੇ? ਕਿਉਂਕਿ ਜੇਕਰ ਦੇਖਿਆ ਜਾਵੇ ਫਿਜ਼ੀਕਲੀ ਸਟਰੋਂਗ ਤਾਂ ਕੋਈ ਐਕਸਰਸਾਈਜ਼ ਦੇ ਨਾਲ, ਜਿਮਿੰਗ ਕਰਨ ਦੇ ਨਾਲ, ਡਾਈਟ ਕਰਨ ਦੇ ਨਾਲ ਹੋ ਜਾਂਦਾ, ਬਟ ਯੋਗਾ ਸਾਨੂੰ ਮੈਂਟਲੀ ਜ਼ਿਆਦਾ ਸਟਰੋਂਗ ਕਰਨ ਵਿੱਚ ਹੈਲਪ ਕਰਦੀ ਹੈ। ਹਾਂਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ। ਅੱਜ ਕੱਲ੍ਹ ਦੇ ਟਾਈਮ ਦੇ ਅਕੋਰਡਿੰਗ ਯੋਗਾ ਬਹੁਤ ਹੀ ਜ਼ਰੂਰੀ ਹੋ ਗਿਆ। ਪਹਿਲਾਂ ਦੇ ਲਾਈਫ ਸਟਾਈਲ ਦੇ ਵਿੱਚ ਯੋਗਾ ਸਿਰਫ ਉਹ ਕਰਦੇ ਸੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ, ਕਿਸੇ ਨੂੰ ਕੋਈ ਲੀਵਰ ਅਕੋਰਡਿੰਗ ਪ੍ਰੋਬਲਮ ਹੈ, ਕਿਸੇ ਨੂੰ 올ਡ ਏਜ ਦੇ ਅਕੋਰਡਿੰਗ ਰਿਕੁਆਇਰਮੈਂਟ ਲੱਗ ਰਹੀ ਹੈ, ਨੀਜ਼ ਦਰਦ ਹੋ ਰਿਹਾ, ਕੁਛ ਨਾ ਕੁਛ ਆ ਰਿਹਾ, ਤਾਂ ਉਹ ਯੋਗਾ ਪ੍ਰੈਫਰ ਕਰਦੇ ਸੀ। ਪਰ ਹੁਣ ਇਹ ਲਾਈਫ ਸਟਾਈਲ ਦਾ ਪਾਰਟ ਬਣਨਾ ਚਾਹ ਰਿਹਾ, ਕਿਉਂਕਿ ਇਹ ਜ਼ਰੂਰਤ ਹੈ ਅੱਜ ਕੱਲ੍ਹ ਦੇ ਸਮੇਂ ਦੀ। ਜਿੰਨਾ ਸਟ੍ਰੈਸਫੁਲ ਸਮਾਂ ਚੱਲ ਰਿਹਾ ਹੈ, ਬਹੁਤ ਸਾਰਾ ਬਿਜ਼ੀ ਸਕੇਡਿਊਲ ਚੱਲ ਰਿਹਾ ਹੈ, ਉਹਦੇ ਵਿੱਚ ਆਪਣੇ ਆਪ ਦੇ ਲਈ ਸਮੇਂ ਨਿਕਾਲਣਾ ਬਹੁਤ ਜ਼ਰੂਰੀ ਹੋ ਗਿਆ। ਆਪਣੀ ਮਾਨਸਿਕ ਸ਼ਾਂਤੀ ਦੇ ਲਈ, ਆਪਣੀ ਫਿਜ਼ੀਕਲ ਬਾਡੀ ਨੂੰ ਐਕਟਿਵ ਰੱਖਣ ਦੇ ਲਈ, ਸਮਝਣ ਦੇ ਲਈ ਕਿ ਆਪਣੇ ਆਪ 'ਤੇ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ। ਫਿਰ ਆਪਾਂ ਬਾਕੀ ਸਮਾਜ ਦੇ ਵਿੱਚ ਵਿਚਰਦੇ ਹਾਂ, ਬਾਕੀ ਸਾਰੇ ਕੰਮ ਜੋ ਹੈ ਉਸ ਅਕੋਰਡਿੰਗ ਆਪਾਂ ਇੱਕਦਮ ਸੂਝ-ਬੂਝ ਦੇ ਨਾਲ ਤੇ ਸ਼ਾਂਤੀ ਨਾਲ ਆਪਾਂ ਬਾਕੀ ਸਭ ਚੀਜ਼ਾਂ ਨੂੰ ਕਰ ਸਕਦੇ ਹਾਂ ਜੀ। ਤਾਂ ਮੇਰੇ ਅਕੋਰਡਿੰਗ ਯੋਗਾ ਜੋ ਹੈ ਉਹ ਜ਼ਰੂਰੀ ਹੋ ਗਿਆ, ਤਾਂ ਕਿ ਆਪਾਂ ਆਪਣੇ ਮਾਨਸਿਕ ਸਥਿਤੀ ਨੂੰ ਵੀ ਉਨਾ ਹੀ ਪ੍ਰੈਫਰੈਂਸ ਦੇਈਏ ਜਿੰਨਾ ਆਪਾਂ ਬਾਕੀ ਚੀਜ਼ਾਂ ਨੂੰ ਦਿੰਦੇ ਹਾਂ, ਤਾਂ ਕਿ ਬਾਕੀ ਜੋ ਜੀਵਨ ਹੈ ਉਹ ਥੋੜਾ ਹੋਰ ਆਸਾਨ ਲੱਗੇ। ਜਿਵੇਂ ਤੁਸੀਂ ਗੱਲ ਐਂਡ ਕੀਤੀ ਹੈ, ਜੀਵਨ ਆਸਾਨ ਕਰਨ ਵਾਸਤੇ ਸਾਨੂੰ ਯੋਗਾ ਜਿਹੜਾ ਹੈਲਪ ਕਰ ਸਕਦਾ ਹੈ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਕੋਈ ਇੰਨਾ ਬਿਜ਼ੀ ਹੋ ਚੁੱਕਿਆ, ਆਪਣੇ ਲਈ ਸਮਾਂ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਤੇ ਜੇਕਰ ਗੱਲਬਾਤ ਕੀਤੀ ਜਾਵੇ, ਯੋਗਾ ਕਿੰਨਾ ਕੁ ਸਮਾਂ ਰੋਜ਼ਾਨਾ ਕਰਨੀ ਚਾਹੀਦੀ ਹੈ ਕਿ ਤੁਹਾਡੀ ਬਾਡੀ ਜਿਹੜੀ ਹੈ ਬਿਲਕੁਲ ਫਿਜ਼ੀਕਲੀ ਤੇ ਮੈਂਟਲੀ ਫਿੱਟ ਹੋਵੇ? ਹੁਣ ਅਗਰ ਮੈਂ ਕਹਾਂ ਕਿ 1 ਘੰਟੇ ਦੀ ਪ੍ਰੈਕਟਿਸ ਅਸੀਂ ਰੋਜ਼ ਕਰਨੀ ਹੀ ਕਰਨੀ ਹੈ, ਪਰ ਕੋਈ ਕਹੇ ਕਿ 1 ਘੰਟਾ ਨਿਕਾਲਣਾ ਹੈ, ਇਹ ਤਾਂ ਪੋਸੀਬਲ ਨਹੀਂ ਹੈ। ਹੁਣ ਅਸੀਂ 1 ਘੰਟਾ ਆਪਣੇ ਆਪ ਦੇ ਲਈ ਬੈਠ ਕੇ ਸਮੇਂ ਨਿਕਾਲ ਕੇ ਬਾਕੀ ਸਾਰੇ ਕੰਮ ਕਿੱਦਾਂ ਕਰਾਂਗੇ? ਦੇਖੋ ਹੁਣ ਜਿਵੇਂ 1 ਘੰਟਾ ਤਾਂ ਨਾਰਮਲੀ ਅੱਜ ਕੱਲ੍ਹ ਲੋਕ ਫੋਨ ਤੇ ਰੀਲਸ ਦੇਖ ਕੇ ਨਿਕਾਲ ਲੈਣਗੇ, ਸਕਰੋਲ ਕਰਨ ਲੱਗਣਗੇ ਤਾਂ 5-6 ਘੰਟੇ ਆਰਾਮ ਨਾਲ ਉਹਦੇ ਤੇ ਬਿਤਾ ਲੈਣਗੇ। ਪਰ ਆਪਣੇ ਆਪ ਲਈ ਜੇ ਮੈਂ ਕਹਾਂ ਕਿ ਤੁਸੀਂ ਆਪਣੇ ਆਪ ਨਾਲ ਬੈਠ ਕੇ ਥੋੜ੍ਹੀਆਂ ਗੱਲਾਂ ਕਰੋ, ਥੋੜ੍ਹਾ ਆਪਣੇ ਸਾਹਾਂ ਨੂੰ ਸਮਝੋ, ਉਹ ਨਹੀਂ ਕੋਈ ਵੀ ਨਿਕਾਲੇਗਾ। ਪਰ ਅਗਰ ਮੈਂ ਕਹਾਂ ਕਿ ਤੁਸੀਂ 15 ਮਿੰਟ ਸਿਰਫ ਸ਼ਾਂਤ ਆਪਣੇ ਸਾਹਾਂ ਦੇ ਬਾਰੇ ਵਿਚਾਰ ਕਰੋ, ਇਹ ਤਾਂ ਪੋਸੀਬਲ ਹੈ ਜੀ। ਤਾਂ ਸ਼ੁਰੂ ਜੋ ਆਪਾਂ ਕਰਦੇ ਹਾਂ ਸ਼ੁਰੂ ਆਪਾਂ ਕਰਦੇ ਹਾਂ ਤਾਂ ਉਹ 15 ਮਿੰਟ ਦੀ ਐਕਸਰਸਾਈਜ਼ ਸਿਰਫ ਆਪਣੇ ਬ੍ਰੈਥ ਵਰਕ ਤੋਂ, ਪ੍ਰਾਣਾਯਾਮ ਤੋਂ, ਸਿਰਫ ਇੱਥੋਂ ਸ਼ੁਰੂ ਕਰਾਂਗੇ। ਜਦੋਂ ਮਨ ਲੱਗਣ ਲੱਗ ਜਾਏਗਾ, ਜਦੋਂ ਸਾਹਾਂ ਦੀ ਸਮਝ ਆਉਣ ਲੱਗ ਜਾਏਗੀ, ਫਿਰ ਹੋਰ ਮਨ ਕਰੇਗਾ ਕਿ ਆਪਾਂ ਆਪਣੀ ਸਿਹਤ ਵੱਲ ਦੇਖੀਏ, ਹੋਰ ਇਹਦੇ ਵਿੱਚ ਕੀ ਕੀ ਕਰ ਸਕਦੇ ਹਾਂ ਉਹਨੂੰ ਸਮਝੀਏ। ਇਸ ਤੋਂ ਇਲਾਵਾ ਆਸਨ ਕਰੀਏ, ਬਾਡੀ ਨੂੰ ਆਪਣੇ ਆਪ ਹੀ ਆਪਣੇ ਸਾਹਾਂ ਨਾਲ ਕਿਸ ਤਰ੍ਹਾਂ ਠੀਕ ਕਰਾਂਗੇ ਉਹ ਸਮਝ ਆਉਣ ਲੱਗ ਜਾਏਗਾ। ਫਿਰ ਆਪਣੇ ਆਪ 1 ਘੰਟਾ ਨਿਕਾਲਣਾ ਸੌਖਾ ਲੱਗਣ ਲੱਗ ਜਾਏਗਾ। मतलब अपने आप पे कंट्रोल करना है तो शुरुआत करनी पड़ेगी। चाहे 15 मिनट, चाहे 10 मिनट अपने आप दे नाल बैठना, अपने साहां ते विचार करना बहुत ਜ਼ਰੂਰੀ ਹੈ। ਤੇ ਸ਼ੁਰੂ ਬਸ ਇੱਥੋਂ ਹੀ ਹੈ, 10-15 ਮਿੰਟ ਬਸ। ਫਿਰ ਉਸ ਤੋਂ ਬਾਅਦ ਇਹ ਹੌਲੀ ਹੌਲੀ ਕਦੋਂ ਘੰਟਾ ਬਣ ਜਾਏਗਾ ਤੇ ਕਦੋਂ ਤੁਹਾਨੂੰ ਰੋਜ਼ ਦਾ ਇਹ ਜ਼ਰੂਰੀ ਲੱਗਣ ਲੱਗ ਜਾਏਗਾ ਕਿ ਅੱਜ ਯੋਗਾ ਨਹੀਂ ਕੀਤਾ, ਅੱਜ ਮਨ ਥੋੜਾ ਸ਼ਾਂਤ ਨਹੀਂ ਲੱਗ ਰਿਹਾ, ਅੱਜ ਆਪਣੇ ਆਪ ਨਾਲ ਸਮੇਂ ਨਹੀਂ ਬਿਤਾਇਆ, ਥੋੜਾ ਜਿਹਾ ਸਮੇਂ ਆਪਣੇ ਆਪ ਲਈ ਨਿਕਾਲਣਾ ਅੱਛਾ ਲੱਗਣ ਲੱਗ ਜਾਏਗਾ। ਫਿਰ ਉਹ ਧੱਕਾ ਨਹੀਂ ਹੋਏਗਾ ਕਿ ਅਰੇ 1 ਘੰਟਾ ਬੈਠਣਾ ਪਏਗਾ। ਫਿਰ ਮਨ ਕਰੇਗਾ ਕਿ ਨਹੀਂ, ਇਹ ਮੇਰਾ ਸਮਾਂ ਹੈ, ਮੈਨੂੰ 1 ਘੰਟਾ ਬੈਠਣਾ ਹੀ ਹੈ, ਆਪਣੇ ਆਪ ਦੇ ਨਾਲ ਬੈਠਣਾ ਹੈ, ਆਪਣੇ ਸਾਹਾਂ ਦੇ ਨਾਲ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ। ਇਫੈਕਟਿਵ ਅਗਰ ਦੇਖਿਆ ਜਾਵੇ ਯੋਗਾ ਸਵੇਰ ਦੇ ਸਮੇਂ ਤੇ ਹੈ ਕਿ ਸ਼ਾਮ ਦੇ ਸਮੇਂ ਤੇ? ਕਿਉਂਕਿ ਲੋਕ ਕਹਿੰਦੇ ਵੀ ਜੇ ਸਵੇਰੇ ਨਹੀਂ ਸਮਾਂ ਤਾਂ ਸ਼ਾਮੀ ਵੀ ਕਰ ਲਿੱਤਾ ਜਾਵੇ, ਬਟ ਤੁਹਾਡੇ ਮੁਤਾਬਕ ਤੁਸੀਂ ਐਕਸਪਰਟ ਹੋ, ਤੁਸੀਂ ਦੱਸੋ ਕਿਵੇਂ ਯੋਗਾ ਜਿਹੜਾ ਹੈ ਜ਼ਿਆਦਾਤਰ ਇਫੈਕਟਿਵ ਰਹਿਣ ਵਾਲਾ ਹੈ? ਮੇਰੇ ਅਕੋਰਡਿੰਗ ਤਾਂ ਸਵੇਰ ਦੇ ਸਮੇਂ ਆਪਾਂ ਯੋਗਾ ਕਰੀਏ ਤਾਂ ਬਹੁਤ ਜ਼ਿਆਦਾ ਇਫੈਕਟਿਵ ਹੈ, ਕਿਉਂਕਿ ਜੋ ਆਪਣੇ ਪ੍ਰਾਣਾਯਾਮ ਹੈ ਆਪਣੀ ਬਾਡੀ ਦੇ ਵਿੱਚ, ਜ਼ਿਆਦਾਤਰ ਜੋ ਪ੍ਰਾਣਾਯਾਮ ਹੈ ਉਹ ਆਪਣੀ ਬਾਡੀ ਦੇ ਵਿੱਚ ਗਰਮਾਹਟ ਬਣਾਉਂਦੇ ਨੇ। ਤੇ ਗਰਮਾਹਟ ਆਪਾਂ ਸਵੇਰੇ ਸਵੇਰੇ ਬਣਾਈ ਹੈ ਬਾਡੀ ਦੇ ਵਿੱਚ, ਫਿਰ ਆਪਾਂ ਦਿਨਚਰਿਆ ਦੇ ਵਿੱਚ ਢਲ ਗਏ ਆ ਤਾਂ ਉਹ ਚੱਲ ਜਾ ਰਿਹਾ ਹੈ। ਪਰ ਸ਼ਾਮ ਨੂੰ ਕੁਝ ਪ੍ਰਾਣਾਯਾਮ ਕਰ ਹੀ ਨਹੀਂ ਸਕਦੇ, ਸੂਰਜ ਢਲਣ ਤੋਂ ਬਾਅਦ ਕੁਝ ਪ੍ਰਾਣਾਯਾਮ ਕਰ ਹੀ ਨਹੀਂ ਸਕਦੇ, ਤੇ ਸ਼ੁਰੂਆਤ ਆਪਾਂ ਸਿਰਫ ਸਾਹਾਂ ਤੋਂ ਕਰਨੀ ਹੈ। ਤਾਂ ਫਿਰ ਅਗਰ ਆਪਾਂ ਗੱਲ ਕਰੀਏ ਤਾਂ ਸਵੇਰੇ ਸਵੇਰੇ ਜਦੋਂ ਆਪਾਂ ਯੋਗਾ ਕਰਦੇ ਹਾਂ ਉਹਦਾ ਜ਼ਿਆਦਾ ਇਫੈਕਟ ਹੈ। ਪਰ ਅਗਰ ਤੁਸੀਂ ਬਹੁਤ ਜ਼ਿਆਦਾ ਅੱਛੀ ਪ੍ਰੈਕਟਿਸ ਦੇ ਵਿੱਚ ਹੋ, ਬ੍ਰੈਥ ਵਰਕ ਤੁਸੀਂ ਸਵੇਰੇ ਕਰ ਸਕਦੇ ਹੋ, ਤੇ ਬਾਕੀ ਆਸਨਾਂ ਦੀ ਪ੍ਰੈਕਟਿਸ ਜਦੋਂ ਤੁਹਾਨੂੰ ਲੱਗੇ ਕਿ ਹੁਣ ਸੋਣਾ ਹੈ, ਇਸ ਤੋਂ ਪਹਿਲਾਂ ਥੋੜਾ ਜਿਹਾ ਆਪਣੇ ਆਪ ਦੇ ਨਾਲ ਬੈਠਣਾ ਹੈ, ਫਿਰ ਉਸ ਸਮੇਂ ਆਪਣੇ ਯੋਗਾ ਅਭਿਆਸ ਕਰ ਸਕਦੇ ਹੋ। ਤੁਸੀਂ ਆਸਨਾਂ ਦੀ ਗੱਲ ਕੀਤੀ ਹੈ, ਕਿਹੜੇ ਖਾਸ ਆਸਨ ਜਿਹੜੇ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੇ ਕਲਾਇੰਟਸ ਆਉਂਦੇ ਉਹਨਾਂ ਨੂੰ ਦੱਸਦੇ ਹੋ ਵੀ ਤੁਸੀਂ ਜੇ weight loss ਕਰਨਾ ਹੈ ਤਾਂ ਤੁਸੀਂ ਇਹ ਕਰ ਸਕਦੇ ਹੋ, ਥਾਇਰਾਇਡ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਸਾਰੀਆਂ ਬਿਮਾਰੀਆਂ ਦਾ ਹੱਲ ਇੱਕ ਯੋਗ ਦੇ ਵਿੱਚ ਹੀ ਹੈ। ਤਾਂ ਇਹ ਆਸਨ ਜਿਹੜੇ ਨੇ ਕਿਹੜੇ ਤੁਸੀਂ ਦੱਸਦੇ ਹੋ ਖਾਸ ਇੰਪੋਰਟੈਂਟ, ਜਿਹੜੇ ਕਹਿ ਸਕਦੇ ਵੀ ਸਾਡੀ ਆਡੀਅנס ਨੂੰ ਅੱਜ ਪਤਾ ਲੱਗ ਜਾਏ ਇਸ ਵੀਡੀਓ ਦੇ ਵਿੱਚ? ਠੀਕ ਹੈ, ਤਾਂ ਜੇ ਆਪਾਂ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਆਸਨ ਤੋਂ ਪਹਿਲਾਂ ਆਉਂਦੇ ਨੇ ਪ੍ਰਾਣਾਯਾਮ। ਤਾਂ ਬ੍ਰੈਥ ਵਰਕ ਦੇ ਨਾਲ ਆਪਾਂ ਆਪਣੀ ਬਾਡੀ ਦੇ ਨਾਲ ਐਕਸਪੈਰੀਮੈਂਟ ਕਰਦੇ ਹਾਂ, ਬਾਡੀ ਨਾਲ ਐਕਸਪੈਰੀਮੈਂਟ ਆਪਾਂ ਆਪਣੀ ਬਾਡੀ ਨੂੰ
ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਣੀ ਨਾੜੀਆਂ ਨੂੰ ਉਸ ਤਰ੍ਹਾਂ ਖੋਲ ਰਹੇ ਹਾਂ, ਬੰਦ ਕਰ ਰਹੇ ਹਾਂ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਆਪ ਨੂੰ ਆਪ ਹੀ ਠੀਕ ਕਰਨਾ, ਆਪਣੇ ਸਾਹਾਂ ਦੇ ਨਾਲ ਹੀ ਠੀਕ ਕਰਨਾ। ਜੋ ਤੁਸੀਂ ਜ਼ਿਕਰ ਕੀਤਾ ਕਿ ਥਾਇਰਾਇਡ ਦੀ ਪ੍ਰੋਬਲਮ ਹੈ, ਉਹ ਆਪਾਂ ਜਲੰਧਨ ਬੰਦ ਦੇ ਨਾਲ ਕਰਦੇ ਹਾਂ। ਆਪਣੀ ਬਾਡੀ ਦੇ ਵਿੱਚ ਇੱਕ ਬੰਦ ਹੈ, ਲੌਕ ਲਗਾਉਂਦੇ ਹਾਂ ਆਪਾਂ, ਫਿਰ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਥਾਇਰਾਇਡ ਲਈ ਬਹੁਤ ਇਫੈਕਟਿਵ ਹੈ। ਹੋਰ ਕਿਸੇ ਨੂੰ ਪ੍ਰੈਗਨੈਂਸੀ ਦੇ ਵਿੱਚ ਯੋਗਾ ਕਰਦੇ ਹਾਂ, ਬਾਡੀ ਦੀ ਸਟਰੈਂਥ ਦੇ ਲਈ ਯੋਗਾ ਕਰਦੇ ਹਾਂ, ਭੁਜੰਗ ਆਸਨ ਕਰਦੇ ਹਾਂ, ਕੋਬਰਾ ਪੋਜ਼ ਕਰਦੇ ਹਾਂ, ਹੈਡ ਸਟੈਂਡ, ਬਹੁਤ ਸਾਰੇ ਆਸਨ ਹੈ ਜੋ ਅਲੱਗ-ਅਲੱਗ ਚੀਜ਼ਾਂ ਦੇ ਲਈ ਬਣੇ ਹੋਏ ਨੇ। ਮਲ ਆਸਨ ਦੇ ਵਿੱਚ ਬੈਠਣਾ, ਬਟਰਫਲਾਈ ਪੋਜ਼, ਤਿਤਿਭਾ ਆਸਨ, ਆਪਣੇ ਕੋਲ ਅਨੇਕਾਂ ਹੀ ਆਸਨ ਨੇ ਜੋ ਅਲੱਗ-ਅਲੱਗ ਚੀਜ਼ਾਂ ਦੇ ਲਈ ਅਲੱਗ-ਅਲੱਗ ਇਫੈਕਟ ਆਉਂਦੇ ਨੇ। ਤਾਂ ਹੁਣ ਅਗਰ ਬੇਸਿਕ ਆਸਨ ਦੀ ਗੱਲ ਕਰੀਏ ਤਾਂ ਤੁਸੀਂ ਬਟਰਫਲਾਈ ਪੋਜ਼ ਹੈ, ਭੁਜੰਗ ਆਸਨ ਹੈ, ਕੋਬਰਾ ਪੋਜ਼ ਹੈ, ਬੇਸਿਕ ਸਟ੍ਰੈਚ ਦੇ ਸਕਦੇ ਹਾਂ, ਸਿਟਿੰਗ ਇਨ ਸਿੰਪਲ ਕ੍ਰਾਸਿਕ ਪੋਜੀਸ਼ਨ ਐਂਡ ਗਿਵਿੰਗ ਸਮ ਟਵਿਸਟ। ਤਾਂ ਬੇਸਿਕ ਚੀਜ਼ਾਂ ਬਹੁਤ ਇਫੈਕਟਫੁਲ ਨੇ। ਅਸੀਂ ਕਹਿੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਪੋਸਟ ਕਰਨ ਦੇ ਲਈ ਕੁਝ ਫੈਂਸੀ ਹੋਣਾ ਚਾਹੀਦਾ, ਪਰ ਉਹਨਾਂ ਦੇ ਨਾਲ ਇੰਨਾ ਇਫੈਕਟ ਨਹੀਂ ਹੈ ਜਿੰਨਾ ਇਹ ਬੇਸਿਕ ਸਟ੍ਰੈਚ, ਬੇਸਿਕ ਆਸਨਾਂ ਦੇ ਵਿੱਚ ਬੈਠਣ ਨਾਲ ਹੈ। ਸਵੇਰੇ ਉੱਠ ਕੇ ਮਲ ਆਸਨ ਦੇ ਵਿੱਚ ਬੈਠਣਾ, ਜਿਹਦੇ ਨਾਲ ਆਪਣੇ ਪੇਟ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਸੋਲਵ ਹੁੰਦੀਆਂ ਨੇ। ਵਜਰ ਆਸਨ 'ਚ ਬੈਠਣਾ, ਜਿਹਦੇ ਨਾਲ ਆਪਣੇ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੋਲਵ ਹੁੰਦੀਆਂ ਨੇ। ਇਸ ਤੋਂ ਇਲਾਵਾ ਅਗਰ ਮੈਂ ਨੀਜ਼ ਦੀ ਗੱਲ ਕਰਾਂ, ਜਿਨ੍ਹਾਂ ਦੇ ਨੀਜ਼ ਪੇਨ ਰਹਿੰਦੀ ਹੈ, ਉਹਨਾਂ ਸਭ ਦੇ ਲਈ ਅਲੱਗ-ਅਲੱਗ ਆਸਨ ਹੈ। ਖੜੇ ਹੋ ਕੇ ਹੀਲਸ ਅਪ ਐਂਡ ਡਾਊਨ ਕਰਨਾ, ਮਤਲਬ ਛੋਟੀਆਂ ਬੇਸਿਕ ਆਸਨ ਹੈ, ਉਹ ਜ਼ਿਆਦਾ ਇਫੈਕਟਫੁਲ ਨੇ ਇੰਸਟੈਡ ਆਫ ਫੈਂਸੀ ਆਸਨਸ। ਜਾਂ ਬੇਸਿਕ ਜਿਹੜੇ ਰੂਟੀਨ ਵਾਈਜ਼ ਅਸੀਂ ਕਰ ਵੀ ਸਕਦੇ ਹਾਂ, ਹਾਂਜੀ। ਲੋਕ ਘਰ ਦੇ ਵਿੱਚ ਕਰਦੇ, ਘਰ ਬਟ ਦੇ ਵਿੱਚ ਪ੍ਰੈਕਟਿਸ ਇਸ ਤਰੀਕੇ ਦੀ ਹੋ ਜਾਂਦੀ ਕਿ ਤੁਸੀਂ ਜਿਵੇਂ ਐਕਸਪਰਟ ਹੋ, ਤੁਸੀਂ ਸਹੀ ਤਰੀਕੇ ਨਾਲ ਸਮਝਾਤਾ। ਹਾਂਜੀ। ਕੁਝ YouTube ਸਾਨੂੰ ਬਹੁਤ ਜ਼ਿਆਦਾ ਮਿਸਗਾਈਡ ਵੀ ਕਰ ਦਿੰਦਾ ਹੈ। ਬਿਲਕੁਲ। ਬਹੁਤ ਸਾਰੀ ਐਕਸਰਸਾਈਜ਼ਸ ਇਹੋ ਜਿਹੀਆਂ ਦੱਸ ਦਿੰਦਾ ਵੀ ਜੇ ਕੋਈ ਕਰ ਲਵੇ ਤਾਂ ਮੁੜ ਕੇ ਡਾਕਟਰਾਂ ਦੇ ਚੱਕਰ ਲਗਾਉਣੇ ਪੈਂਦੇ ਆ। ਇਹਦੇ ਵਿੱਚ ਕਿੰਨਾ ਯੋਗਾ ਦੇ ਵਿੱਚ ਵੀ ਕੋਈ ਗਲਤੀ ਹੋ ਸਕਦੀ, ਕਿਉਂਕਿ ਜਿਮ ਦੇ ਵਿੱਚ ਤਾਂ ਜਦੋਂ ਜਾਂਦੇ ਆ ਉਹ ਕਹਿ ਦਿੰਦੇ ਵੀ ਤੁਸੀਂ ਐਕਸਪਰਟ ਜੇ ਖੜਾ ਤੁਹਾਡੇ ਕੋਲ ਤਾਂ ਤੁਸੀਂ ਕਰੋ, ਅਦਰਵਾਈਜ਼ ਯੋਗਾ ਦੇ ਵਿੱਚ ਵੀ ਕੁਝ ਇਹੋ ਜਿਹੀ ਗਲਤੀਆਂ ਹੋ ਸਕਦੀਆਂ ਨੇ। ਗਲਤੀਆਂ ਹੋ ਸਕਦੀਆਂ ਨੇ ਜੋ ਆਪਾਂ ਫੈਂਸੀ ਆਸਨਸ ਮੈਂ ਜਿਵੇਂ ਗੱਲ ਕੀਤੀ ਹੈ ਨਾ, ਐਡਵਾਂਸ ਆਸਨ ਹੁੰਦੇ ਨੇ, ਉਹਦੇ ਵਿੱਚ ਅਗਰ ਆਪਾਂ ਨੂੰ ਅਲਾਈਨਮੈਂਟ ਨਹੀਂ ਪਤਾ, ਆਪਾਂ ਨੂੰ ਆਪਣੇ ਸਾਹਾਂ ਦਾ ਨਹੀਂ ਪਤਾ ਕਿ ਕਦੋਂ ਸਾਹ ਲੈਣਾ ਤੇ ਕਦੋਂ ਸਾਹ ਛੱਡਣਾ, ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਇੰਜਰੀ ਆਉਣ ਦਾ ਚਾਂਸ ਹੁੰਦਾ। ਤੁਹਾਡੇ ਕੋਲ ਜੇ ਕੋਈ ਐਕਸਪਰਟ ਖੜਾ, ਉਹ ਤਾਂ ਤੁਹਾਨੂੰ ਸੰਭਾਲ ਲੇਗਾ, ਉਹ ਤੁਹਾਨੂੰ ਗਿਰਨ ਨਹੀਂ ਦੇਗਾ, ਸੰਭਾਲ ਲੇਗਾ। ਪਰ ਅਗਰ ਤੁਸੀਂ ਇਕੱਲੇ ਇੱਦਾਂ ਦੀ ਚੀਜ਼ ਪ੍ਰੈਕਟਿਸ ਕਰ ਰਹੇ ਹੋ ਤਾਂ ਪੋਸੀਬਿਲਿਟੀ ਹੈ ਕਿ ਤੁਸੀਂ ਇੰਜਰੀ ਕਰਵਾ ਲਓ। ਤਾਂ ਫਿਰ ਪੋਸੀਬਿਲਿਟੀ ਹੈ ਕਿ ਤੁਸੀਂ ਐਡਵਾਂਸ ਜੋ ਆਸਨਾ ਹੈ ਉਹ ਕਿਸੇ ਇੰਸਟ੍ਰਕਟਰ ਦੇ ਅੰਡਰ ਹੀ ਕਰੋ ਜੀ। ਔਰ ਬੇਸਿਕ ਆਸਨ ਜੋ ਹੈ ਉਹ ਆਪਾਂ ਘਰੇ ਕਰ ਸਕਦੇ ਹਾਂ, ਪਰ ਉਹਦੇ ਵਿੱਚ ਵੀ ਇੱਕ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਸਾਹ ਕਦੋਂ ਲੈਣਾ ਹੈ, ਸਾਹ ਕਦੋਂ ਛੱਡਣਾ ਹੈ। ਸਾਰਾ ਸਾਹਾਂ ਦਾ ਹੀ ਖੇਡ ਹੈ, ਕਿਉਂਕਿ ਬੇਸਿਕ ਆਸਨ ਤਾਂ ਸਭ ਕੋਈ ਕਰ ਸਕਦਾ ਹੈ। ਮਲ ਆਸਨ ਦੇ ਵਿੱਚ ਹਰ ਕੋਈ ਬੈਠ ਸਕਦਾ ਹੈ। ਕਿਸ ਤਰ੍ਹਾਂ ਬੈਠਣਾ ਹੈ, ਜਿਹਦੇ ਨੀਜ਼ ਦਰਦ ਹੁੰਦੇ ਆ ਉਹਨੇ ਕਿਸ ਤਰ੍ਹਾਂ ਬੈਠਣਾ ਹੈ, ਜੋ ਇੱਕਦਮ ਤੰਦਰੁਸਤ ਹੈ ਉਹਨੇ ਕਿਸ ਤਰ੍ਹਾਂ ਬੈਠਣਾ ਹੈ, ਜੋ ਪ੍ਰੈਗਨੈਂਸੀ 'ਚ ਕਰ ਰਿਹਾ ਉਹਨੇ ਕਿਸ ਤਰ੍ਹਾਂ ਬੈਠਣਾ ਹੈ, ਬੱਚੇ ਨੇ ਕਿਸ ਤਰ੍ਹਾਂ ਬੈਠਣਾ ਹੈ। ਤਾਂ ਹਰ ਏਜ ਦੇ ਅਕੋਰਡਿੰਗ ਕਿਸ ਤਰ੍ਹਾਂ ਉਹ ਯੋਗ ਆਸਨ ਹੋਏਗਾ, ਉਹ ਇੰਨੀ ਚੀਜ਼ ਦੇ ਵਿੱਚ, ਇੰਨੀ ਵੀਡੀਓ 'ਚ ਸਾਰਿਆਂ ਨੂੰ ਸਪੈਸੀਫਾਈ ਨਹੀਂ ਕਰ ਸਕਦੇ, ਸਾਰਿਆਂ ਨੂੰ ਦੱਸ ਨਹੀਂ ਸਕਦੇ ਕਿ ਤੁਸੀਂ ਇੱਦਾਂ ਨਹੀਂ ਕਰਨਾ। ਬਾਕੀ ਸਾਰੇ ਉਸੇ ਚੀਜ਼ ਨੂੰ ਦੇਖ ਕੇ ਫੋਲੋ ਕਰਨਗੇ, ਪਰ ਉਹਦੇ ਵਿੱਚ ਬੇਸਿਕ ਛੋਟੀਆਂ ਜੋ ਗੱਲਾਂ ਨੇ ਉਹ ਤੁਹਾਨੂੰ ਇੱਕ ਵਾਰੀ ਇੰਸਟ੍ਰਕਟਰ ਜੇ ਦੱਸ ਦੇ, ਫਿਰ ਤੁਸੀਂ ਉਹਨੂੰ ਫੋਲੋ ਕਰੋ, ਫਿਰ ਕੋਈ ਨੁਕਸਾਨ ਨਹੀਂ। ਜਿਵੇਂ ਤੁਸੀਂ ਦੱਸਿਆ ਵੀ ਫੋਲੋ ਕਰਨਾ, ਗਾਈਡਲਾਈਨਸ ਵੀ ਹੁੰਦੀਆਂ ਨਾ ਚੀਜ਼ਾਂ ਦੀਆਂ, ਤਾਂ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਇਸ ਵਾਰੀ ਫੋਕਸ ਕਰਨਾ ਹੋਵੇ ਵੀ ਯੋਗ ਦੇ ਨਾਲ ਸਾਰਾ ਕੁਝ ਚੇਂਜ ਹੋ ਜਾਂਦਾ ਹੈ। ਤੁਹਾਡੀ ਮੈਂਟਲੀ ਸਟਰੋਂਗ ਹੋ ਜਾਂਦੇ ਹੋ ਤੁਸੀਂ। ਜਿਹੜੇ ਵੀ ਪੇਸ਼ੈਂਟਸ ਜਾਂ ਫਿਰ ਅੱਜ ਕੱਲ੍ਹ ਦੇਖਿਆ ਜਾਵੇ ਹਰ ਕਿਸੇ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਸਟ੍ਰੈਸ ਚੱਲ ਹੀ ਰਿਹਾ। ਜੇ ਤੁਸੀਂ ਕਿਸੇ ਕੋਲ ਮੈਡੀਸਨ ਲੈਣ ਜਾਂਦੇ ਹੋ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਇਹੀ ਕਿਹਾ ਜਾਂਦਾ ਵੀ ਤੁਸੀਂ ਯੋਗਾ ਕਰਨੀ ਸ਼ੁਰੂ ਕਰੋ, ਮੈਡੀਟੇਸ਼ਨ ਸ਼ੁਰੂ ਕਰੋ। ਕੀ ਯੋਗਾ ਦੇ ਨਾਲ ਡਿਪਰੈਸ਼ਨ ਵਰਗੀ ਬਿਮਾਰੀ, ਸਟ੍ਰੈਸ, ਐਂਗਜ਼ਾਇਟੀ, ਇਹ ਸਭ ਕੁਝ ਖਤਮ ਹੋ ਸਕਦਾ ਹੈ? ਬਿਲਕੁਲ। जो डिप्रेशन है, जो एंजाइटी है, ये सब कुछ अपने अंदर बॉडी 'ਚ ਚੱਲ ਰਹੀ, ਜੋ ਹਾਰਮੋਨ ਹੈ ਉਹ ਚੇਂਜ ਹੁੰਦੇ ਨੇ, ਕੁਝ ਵੱਧ ਜਾ ਰਿਹਾ ਹੈ, ਕੁਝ ਘਟ ਜਾ ਰਿਹਾ ਹੈ, ਬਸ ਉਹਦੇ ਨਾਲ ਹੀ ਇਹ ਸਭ ਹੋ ਰਿਹਾ। ਔਰ ਯੋਗਾ ਦੇ ਵਿੱਚ ਇੰਨੀ ਕੈਪੇਬਿਲਿਟੀ ਹੈ ਕਿ ਉਹ ਸਾਰੀ ਚੀਜ਼ਾਂ ਦਾ ਸੋਲੂਸ਼ਨ ਨਿਕਾਲ ਸਕਦਾ ਹੈ, ਪਰ ਇਹ ਬਹੁਤ ਹੀ ਸਲੋ ਪ੍ਰੋਸੈਸ ਹੈ, ਹੌਲੀ ਹੁੰਦਾ ਹੈ, ਸਬਰ ਦੇ ਨਾਲ ਹੁੰਦਾ ਹੈ, ਜੋ ਕਿ ਯੋਗਾ ਸਾਨੂੰ ਸਿਖਾਉਂਦਾ ਹੈ ਕਿ ਸਬਰ ਦੇ ਨਾਲ ਔਰ ਕੰਸਿਸਟੈਂਸੀ ਦੇ ਨਾਲ, ਪੂਰੇ ਡਿਸਪਲਿਨ ਦੇ ਨਾਲ ਜੋ ਤੁਸੀਂ ਕਰ ਰਹੇ ਹੋ, ਕਰਦੇ ਰਹੋ, ਤੇ ਉਹਦੇ ਨਾਲ ਬਹੁਤ ਜਲਦੀ ਉਹਨੂੰ ਇਫੈਕਟ ਪੈਂਦਾ ਹੈ। ਡਿਪਰੈਸ਼ਨ ਲਈ, ਐਂਜ਼ਾइटी ਲਈ बहुत सारे ब्रेथ वर्क हैं, बहुत सारे आसना हैं, मेडिटेशन आराम नाल अपने आप नाल वही 15 मिनट बैठना, बस आस-पास दे सारियां चीज़ां नूं छड्ड के अगर आप सिर्फ अपने साहां ते ध्यान देन लग जाइए कि ये साह की ने, साह किस तरह आ रहे ने, साह किस तरह बाहर जा रहे, बाहर दियां सारियां चीज़ां छोटियां लगन लग जाएंगियां, जीवन इन्ना ज़्यादा ज़रूरी लगन लग जाएगा, इन्नी महत्वता लगन लग जाएगी जीवन की कि बाकी जो चीज़ां चल रही हैं जिस करके डिप्रेशन है वो सब कुछ इस सामने कुछ भी नहीं है।
ਫੋਕਸ, ਕੰਸੈਂਟਰੇਸ਼ਨ ਜਾਂ ਫਿਰ ਦੇਖਿਆ ਜਾਵੇ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਵੱਡਾ ਰੋਲ ਯੋਗਾ ਦਾ ਰਹਿੰਦਾ ਹੈ। ਜੇ ਤੁਹਾਨੂੰ ਦੇਖਾਂ ਤੇ ਮੈਂ ਆਪਣੇ ਆਪ ਨੂੰ ਕੰਪੇਅਰ ਕਰਾਂ ਤਾਂ ਬਹੁਤ ਜ਼ਿਆਦਾ ਡਿਫਰੈਂਸ ਹੋ ਜਾਏਗਾ ਪਰਸਨੈਲਿਟੀ ਦੇ ਵਿੱਚ, ਤੇ ਯੋਗਾ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਕਿੰਨਾ ਕੁ ਖਾਸ ਰੋਲ ਪਲੇ ਕਰਦਾ ਹੈ, ਕਿਉਂਕਿ ਜਿਹੜੇ ਤੁਹਾਡੇ ਕੋਲ ਸਟੂਡੈਂਟਸ ਸਟਾਰਟਿੰਗ ਦੌਰ ਦੇ ਵਿੱਚ ਆਉਣ ਤੇ ਉਹ ਹੋਰ ਕੁਝ ਬਣ ਕੇ ਬਾਹਰ ਨਿਕਲਣ, ਉਹਦੀ ਖੁਸ਼ੀ ਅਲੱਗ ਹੀ ਤੁਹਾਨੂੰ ਮਿਲਦੀ ਹੋਏਗੀ। ਬਿਲਕੁਲ, ਪ੍ਰੈਕਟੀਸ਼ਨਰਸ ਜੋ ਆਉਂਦੇ ਨੇ ਯੋਗ ਅਭਿਆਸ ਕਰਦੇ ਨੇ, ਮੈਂ ਉਹਨਾਂ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਦੀ ਹਾਂ। ਮੈਂ 5 ਸਾਲ ਪਹਿਲਾਂ ਯੋਗਾ ਦੇ ਵਿੱਚ ਕਿਸ ਤਰ੍ਹਾਂ ਦੀ ਸੀ ਔਰ ਹੁਣ ਕਿਸ ਤਰ੍ਹਾਂ ਦੀ ਆ, ਬਹੁਤ ਡਿਫਰੈਂਸ ਹੈ। ਛੋਟੀ ਛੋਟੀ ਗੱਲ ਤੇ ਖਿਜਣਾ, ਛੋਟੀ ਛੋਟੀ ਗੱਲ ਤੇ ਗੁੱਸਾ ਹੋ ਜਾਣਾ, ਪਰੇਸ਼ਾਨ ਹੋ ਜਾਣਾ, ਸਮਾਨ ਚੱਕ ਕੇ ਇੱਧਰ ਉੱਧਰ ਕਰਨਾ, ਹੈ ਨਾ, ਮਤਲਬ ਛੋਟੀ ਛੋਟੀ ਇਹ ਐਂਗਰ ਇਸ਼ੂਜ਼ ਨੇ। ਬੋਡੀ ਨੂੰ ਨਹੀਂ ਸਮਝ ਆ ਰਿਹਾ ਕਿ ਹੁੰਦਾ ਕੰਟਰੋਲ ਇਹਦੇ ਨਾਲ। ਬਿਲਕੁਲ, ਬਹੁਤ ਜ਼ਿਆਦਾ ਕੰਟਰੋਲ ਹੁੰਦਾ। ਪਰਸਨੈਲਿਟੀ ਤੁਸੀਂ ਅਲੱਗ-ਅਲੱਗ ਡਿਫਰੈਂਸ ਦੇਖ ਸਕਦੇ ਹੋ ਕਿ ਇਹ ਪਹਿਲਾਂ ਪਰਸਨੈਲਿਟੀ ਇਦਾਂ ਦੀ ਨਹੀਂ ਸੀ, ਹੁਣ ਇਸ ਤਰ੍ਹਾਂ ਦੀ ਬਣ ਗਈ ਹੈ। ਮੇਰੇ ਅਗਰ ਸਕੂਲ ਫਰੈਂਡਸ ਦਾ ਮੈਂ ਹੁਣ ਮੈਸੇਜ ਕਰਨ, ਮੈਨੂੰ ਗੱਲ ਕਰਨ, ਤੂੰ ਤਾਂ ਬਿਲਕੁਲ ਹੀ ਬਦਲ ਗਈ। ਇਟਸ ਜਸਟ ਬਿਕਾਜ਼ ਆਫ ਯੋਗਾ, ਜਿਹਦੇ ਨਾਲ ਥੋੜਾ ਸਬਰ ਆਉਂਦਾ ਹੈ, ਐਕਸੈਪਟੈਂਸ ਆਉਂਦੀ ਹੈ, ਡਿਸਪਲਿਨ ਆਉਂਦਾ ਹੈ ਕਿ ਬੋਡੀ ਜੋ ਵੀ ਹੈ ਜਿੱਦਾਂ ਹੈ ਉਸ ਚੀਜ਼ ਨੂੰ ਪਹਿਲਾਂ ਐਕਸੈਪਟ ਕਰੇ, ਮਾਈਂਡ ਉਸ ਚੀਜ਼ ਨੂੰ ਸਮਝੇ, ਐਕਸੈਪਟ ਕਰੇ, ਤੇ ਫਿਰ ਆਪਾਂ ਉਸ ਤਰ੍ਹਾਂ ਉਸ ਤੇ ਰਿਐਕਟ ਕਰੀਏ, ਇੱਕਦਮ ਸੋਚ ਕੇ, ਸਬਰ ਕਰਕੇ, ਰੁਕ ਕੇ। ਉਸੇ ਸਮੇਂ ਜੋ ਮਨ 'ਚ ਆਇਆ, ਜੇ ਗੁੱਸਾ ਆਇਆ, ਉਸੇ ਸਮੇਂ ਨਹੀਂ ਆਪਣੀ એનર્ਜੀ ਨੂੰ ਲਗਾਇਆ ਉਹਦੇ ਤੇ, ਰੁਕੇ ਥੋੜਾ, ਉਸ એનર્ਜੀ ਨੂੰ ਕਿਤੇ ਹੋਰ ਯੂਟਿਲਾਈਜ਼ ਕੀਤਾ, ਫਿਰ ਉਸ એનર્ਜੀ ਨੂੰ ਅੱਗੇ ਲਗਾਇਆ। ਕਿਉਂਕਿ ਉਹੀ ਹੈ ਕਿ ਅਸੀਂ ਮੌਨ ਯੋਗਾ ਵੀ ਕਰਦੇ ਹਾਂ, ਇਹਦੇ ਵਿੱਚ ਅਸੀਂ ਇਹ ਬਲਾਈਂਡ ਫੋਲਡ ਯੋਗਾ ਵੀ ਕਰਦੇ ਹਾਂ, ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ, ਤਾਂ ਫਿਰ ਉਹਦੇ 'ਚ ਮਹੱਤਤਾ ਪਤਾ ਲੱਗਦੀ ਹੈ। ਅਗਰ ਪਰਸਨੈਲਿਟੀ ਡਿਵੈਲਪਮੈਂਟ ਦੀ ਤੁਸੀਂ ਗੱਲ ਕੀਤੀ, ਉਹਦੇ ਵਿੱਚ ਜੋ ਇਨਸਾਨ ਯੋਗਾ ਕਰਦਾ ਆ ਰਿਹਾ ਸਹੀ ਤਰ੍ਹਾਂ, ਉਹਨੂੰ ਬੋਲਣ ਤੋਂ ਪਹਿਲਾਂ ਸੋਚਦਾ ਹੈ ਕਿ ਮੇਰੇ ਵਰਡਸ ਤੁਹਾਨੂੰ ਕਿਤੇ ਹਰਟ ਤਾਂ ਨਹੀਂ ਕਰ ਜਾਣਗੇ। ਬਿਲਕੁਲ, ਹੈ ਨਾ। ਹੁਣ ਅਸੀਂ ਰੋਜ਼ ਦੀ ਲਾਈਫ ਦੇ ਵਿੱਚ ਕਿੰਨੇ ਜਣਾਂ ਨਾਲ ਮਿਲਦੇ ਹਾਂ, ਮੇਰੀ ਗੱਲ ਕਿਹਨੂੰ ਬੁਰੀ ਲੱਗ ਜਾਣੀ ਹੈ, ਅਗਰ ਮੈਂ ਉਸ ਤੇ ਥੋੜਾ ਜਿਹਾ ਵਿਚਾਰ ਕਰਕੇ ਬੋਲਾਂਗੀ, ਆਪਣੀ ਸਪੀਚ ਦੀ ਥੋੜੀ ਮੈਨੂੰ ਇੰਪੋਰਟੈਂਸ ਪਤਾ ਹੋਏਗੀ, ਮੇਰੇ ਵਰਡਸ ਦੀ ਮੈਨੂੰ ਕਦਰ ਹੋਏਗੀ ਕਿ ਮੈਂ ਇਹ ਆਪਣੇ ਸ਼ਬਦ ਨਿਕਾਲ ਰਹੀ ਹਾਂ ਪਰ ਇਹ ਵਾਪਸ ਨਹੀਂ ਆਣੇ। ਇਹ ਸਭ ਕੁਝ ਯੋਗਾ ਸਿਖਾਏਗਾ ਕਿ ਥੋੜਾ ਸਬਰ, ਥੋੜਾ ਆਪਣੇ ਆਪ ਤੇ ਕੰਟਰੋਲ ਪਾਣਾ ਹੈ। ਇਦਾਂ ਹੀ ਕੁਝ ਵੀ ਨਹੀਂ ਕਹਿ ਦੇਣਾ ਕਿ ਅਗਲੇ ਨੂੰ ਵੀ ਬੁਰਾ ਲੱਗ ਜਾਏ। ਪੇਸ਼ੈਂਸ ਲੈਵਲ ਵੱਧ ਜਾਏਗਾ ਔਰ ਸਮਝ ਵੱਧ ਜਾਏਗੀ ਕਿ ਉਹਨਾਂ ਦਾ ਵੀ ਅਲੱਗ ਪੁਆਇੰਟ ਆਫ ਵਿਊ ਹੈ। ਤਾਂ ਫਿਰ ਉਹ ਡਿਫਰੈਂਸ ਤੁਸੀਂ ਆਪਣੇ ਆਪ ਕਰ ਸਕਦੇ ਹੋ ਕਿ ਪਰਸਨੈਲਿਟੀ ਇੱਕਦਮ ਹੀ ਬਦਲ ਜਾਂਦੀ ਹੈ ਕਿ ਸੋਚਣਾ, ਪਰਖਣਾ, ਸਮਝਣਾ, ਫਿਰ ਕੁਝ ਕਹਿਣਾ ਕਿ ਆਪਣੀ એનર્ਜੀ ਨੂੰ ਅਸੀਂ ਇੱਥੇ ਲਗਾਉਣ ਲੱਗੇ ਹਾਂ, ਇਹ ਸਹੀ ਹੈ, ਠੀਕ ਹੈ, ਜੋ ਹੈ ਠੀਕ ਹੈ, ਵੈਸੇ ਨਾ ਤਾਂ એનર્ਜੀ ਵੇਸਟੇਜ ਨਹੀਂ ਹੁੰਦੀ। ਜੇ ਕੋਈ ਯੋਗਾ ਕਰਨਾ ਸ਼ੁਰੂ ਕਰ ਦੇ ਤੇ ਸਾਰੇ ਦਿਨ ਦੀ ਜਿਹੜੀ એનર્ਜੀ ਹੈ ਸਿਰਫ ਆਪਣੇ ਕੰਮਾਂ ਦੇ ਉੱਤੇ, ਔਰ ਉਹ ਵੀ ਇਫੈਕਟਿਵਲੀ ਹੋਣਗੇ, ਐਫੀਸ਼ੀਐਂਟਲੀ ਹੋਣਗੇ। ਇਹ ਨਹੀਂ ਵੀ ਕਿ ਕੰਮ ਕਰ ਰਹੇ ਆ ਤਾਂ ਬੇਫੁੱਲ એનર્ਜੀ ਤੁਹਾਡੀ ਵੇਸਟ ਜਿਹੜੀ ਜਾਂਦੀ ਹੈ। ਜਿੱਦਾਂ ਤੁਹਾਨੂੰ ਗੁੱਸਾ ਆ ਗਿਆ ਹੈ, ਇਦਾਂ ਤਾਂ ਨਹੀਂ ਹੈ ਕਿ ਗੁੱਸਾ ਆਂਦਾ ਹੀ ਨਹੀਂ। ਕਿਹੜੀ ਐਕਸਰਸਾਈਜ਼ ਹੈ, ਕਿਹੜਾ ਯੋਗਾ ਜਿਹੜਾ ਗੁੱਸਾ ਕੰਟਰੋਲ ਕਰਦੇ? ਪ੍ਰਾਣਾਯਾਮ ਕਰਦੇ ਆ, ਠੀਕ, ਜਿਹਦੇ ਵਿੱਚ ਆਪਣਾ એનર્ਜੀ ਹੀਟ ਜ਼ਿਆਦਾ ਲੱਗੇ, ਫਿਰ ਉਸ ਤੋਂ ਬਾਅਦ ਬੋਡੀ ਜਿੱਥੇ ਜਿੱਥੇ ਹੀਟ ਜ਼ਿਆਦਾ ਬਣਾਏ, ਤੁਹਾਡੀ એનર્ਜੀ ਆਪਣੇ ਆਪ ਗੁੱਸੇ ਦੀ ਜਗ੍ਹਾ ਆਪਣੀ ਬੋਡੀ ਦੀ ਵਰਕਆਊਟ ਤੇ ਲੱਗ ਗਈ, ਤਾਂ એનર્ਜੀ ਬੈਲੈਂਸ ਹੋ ਗਈ। ਤੁਸੀਂ ਉਹ ਬੋਲਣ ਦੀ ਬਜਾਏ ਆਪਣੀ ਹੀ ਬੋਡੀ ਦੇ ਨਾਲ ਆਪਣਾ ਅਭਿਆਸ ਕੀਤਾ, એનર્ਜੀ ਨਿਕਾਲ ਦਿੱਤੀ, ਬੈਲੈਂਸ ਹੋ ਗਿਆ। ਬੋਲਿਆ ਕੁਝ ਨਹੀਂ, ਪਰ ਜੋ ਆਪਾਂ ਨੂੰ ਗੁੱਸੇ ਵਾਲਾ ਉਹ એનર્ਜੀ ਆਈ ਹੋਈ ਸੀ, ਉਹ ਅਸੀਂ ਆਪਣੀ ਐਕਸਰਸਾਈਜ਼ ਤੇ ਲਗਾਤੀ, ਆਪਣੇ ਆਪ ਬੈਲੈਂਸ ਹੋ ਗਿਆ। ਤਾਂ ਫਿਰ ਇਸ ਤੋਂ ਮੈਨੂੰ ਸਭ ਤੋਂ ਵਧੀਆ ਲੱਗਦਾ, ਮੇਰਾ ਪਰਸਨਲ ਫੇਵਰੇਟ ਹੈ ਸੂਰਯ ਨਮਸਕਾਰ ਕਰਦੇ। ਉਹਦੇ 'ਚ ਸਾਰੀ ਬੋਡੀ ਦਾ ਵਰਕਆਊਟ ਹੋ ਜਾਂਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੀ એનર્ਜੀ ਲੱਗਦੀ ਹੈ। 10 ਮਿੰਟ ਤੱਕ ਇਦਾਂ ਲੱਗਣ ਲੱਗ ਜਾਂਦਾ ਕਿ ਬਹੁਤ ਜ਼ਿਆਦਾ ਹੋ ਗਿਆ, ਪਸੀਨੋ ਪਸੀਨੀ ਹੋ ਜਾਂਦਾ ਬੰਦਾ, ਅੰਦਰ ਦੇ ਜੋ ਵੀ ਹੀਟ ਹੈ ਬੋਡੀ ਉਹ ਨਿਕਾਲਦੀ ਹੈ, ਹੀਟ ਨਿਕਲਦੀ ਹੈ ਬੇਸਿਕਲੀ। ਤਾਂ ਫਿਰ ਜੋ ਗੁੱਸੇ ਵਾਲੀ ਹੀਟ ਸੀ ਉਹ ਮੈਂ ਇਸ ਤਰ੍ਹਾਂ ਲਗਾਤੀ, ਇੱਕ ਤਾਂ ਮੇਰੀ ਬੋਡੀ ਦਾ ਫਾਇਦਾ ਹੋ ਗਿਆ ਔਰ ਉਸ ਤੋਂ ਬਾਅਦ ਮੇਰਾ ਗੁੱਸਾ ਵੀ ਕੰਟਰੋਲ ਹੋ ਗਿਆ। ਇਸ ਤਰ੍ਹਾਂ ਨਹੀਂ ਹੈ ਕਿ ਗੁੱਸਾ ਆਏਗਾ ਹੀ ਨਹੀਂ, ਇਸ ਤਰ੍ਹਾਂ ਤਾਂ ਮਤਲਬ ਬਦਲ, ਕੋਈ ਵੀ ਹਿਊਮਨ ਨੇਚਰ ਹੈ, ਆਪਾਂ ਇਸ ਸੰਸਾਰ 'ਚ ਵਿਚਰ ਰਹੇ ਹਾਂ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ 'ਚ ਗੁੱਸਾ ਆ ਵੀ ਜਾਂਦਾ, ਪਰ ਉਹੀ ਹੈ ਕਿ ਥੋੜਾ ਜਿਹਾ ਜੋ ਪਹਿਲਾਂ ਕੜਵਾਹਟ ਨਾਲ ਬੋਲਦੇ ਸੀ ਉਹ ਥੋੜਾ ਜਿਹਾ ਕੰਟਰੋਲ ਹੈ ਕਿ ਇਦਾਂ ਨਹੀਂ ਕਿ ਅਗਲੇ ਦਾ ਦਿਲ ਹੀ ਤੋੜ, ਮਤਲਬ ਆਪਣੇ ਧਿਆਨ 'ਚ ਰਹਿੰਦਾ ਬੰਦਾ, ਆਸ-ਪਾਸ ਦੀ ਕੋਈ ਨੈਗੇਟਿਵਿਟੀ ਆਪਣੇ ਅੰਦਰ ਨਹੀਂ ਆਉਣ ਦਿੰਦੀ, ਕਿਉਂਕਿ ਪੋਜ਼ਿਟਿਵ ਔਰਾ ਤਾਂ ਇੱਕ ਐਕਸਰਸਾਈਜ਼, ਇੱਕ ਪ੍ਰੈਕਟਿਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ। ਜੇ ਅਸੀਂ ਫੋਕਸ ਕਰੀਏ ਆਪਣੇ ਬੋਡੀ ਪਾਰਟਸ ਦੇ ਉੱਤੇ ਜਾਂ ਫਿਰ ਜੋ ਵੀ ਪ੍ਰੋਬਲਮਸ ਅੱਜ ਕੱਲ੍ਹ ਚੱਲ ਰਹੀਆਂ ਨੇ, ਸਭ ਤੋਂ ਪਹਿਲਾਂ weight loss ਦੇ ਉੱਤੇ ਕਿਹੜੇ-ਕਿਹੜੇ ਆਸਨ ਤੁਸੀਂ ਫੋਕਸ ਕਰਦੇ ਹੋ ਕਿ weight loss ਦੇ ਵਿੱਚ ਜ਼ਿਆਦਾ ਜ਼ਰੂਰਤ ਪੈਂਦੀ ਉਹਦੀ?
weight loss ਦੇ ਵਿੱਚ ਆਪਾਂ ਬੈਲੈਂਸਿੰਗ ਆਸਨਾ, ਕੋਰ ਲਗਾਣਾ, ਜਿਸ ਤਰ੍ਹਾਂ ਜਿਮ ਦੇ ਵਿੱਚ ਅਲੱਗ-ਅਲੱਗ ਦਿਨ ਦੇ ਵਿੱਚ ਅਲੱਗ-ਅਲੱਗ ਪ੍ਰੈਕਟਿਸ ਕਰਦੇ ਆ ਨਾ, ਤਾਂ ਇਹਦੇ ਵਿੱਚ ਵੀ ਕੋਰ ਲਗਾ ਦਿੰਦੇ ਆ, ਲੈਗਸ ਲਗਾਉਂਦੇ ਆ, ਸੂਰਜ ਨਮਸਕਾਰ ਜੋ ਮੈਂ ਤੁਹਾਨੂੰ ਦੱਸਿਆ ਕਿ ਇਹ ਬਹੁਤ ਹੀ ਇਫੈਕਟਿਵ ਹੈ ਔਰ weight loss ਦੇ ਵਿੱਚ ਇਹਦਾ ਬਹੁਤ ਰੋਲ ਹੈ। ਅਸ਼ਟਾਂਗ ਯੋਗ ਪ੍ਰੈਕਟਿਸ ਕਰਦੇ ਆ ਜਿਹਦੇ ਵਿੱਚ ਆਪਾਂ ਰੁਕ ਕੇ ਸਾਹ ਲੈ ਕੇ ਵੇਟ ਕਰਨਾ ਕਿ ਬਾਡੀ ਪਹਿਲਾਂ ਨਾਰਮਲ ਹੋਏ ਫੇਰ ਕਰੀਏ, ਜਿਸ ਤਰ੍ਹਾਂ ਕਾਰਡੀਓ ਲਗਾਉਂਦੇ ਆ ਜਿਮ ਦੇ ਵਿੱਚ, ਉਸ ਤਰ੍ਹਾਂ ਯੋਗਾ ਦੇ ਵਿੱਚ ਹੁੰਦਾ ਕਿ ਉਹ ਰਿਪੀਟਡਲੀ ਆਸਨ 1 to 1 ਬੈਕ ਟੂ ਬੈਕ ਉਹਨਾਂ ਦੀ ਸੀਰੀਜ਼ ਹੁੰਦੀ ਹੈ ਕਿ ਡਾਊਨਵਰਡ ਫੇਸਿੰਗ ਡੌਗ ਤੋਂ ਨਿਕਲੇ ਭੁਜੰਗ ਆਸਨ ਚ ਆ ਗਏ, ਭੁਜੰਗ ਆਸਨ ਤੋਂ ਨਿਕਲੇ ਤਾਂ ਫਲਕ ਆਸਨ ਚ ਆ ਗਏ, ਚਤੁਰੰਗਾ ਹੋਲਡ ਕੀਤਾ, ਬਦਰਕੋਣ ਆਸਨ ਕੀਤਾ। ਬਹੁਤ ਸਾਰੇ ਆਸਨਾਂ ਦੀ ਸੀਰੀਜ਼ ਹੈ ਜੋ ਬਾਰ-ਬਾਰ ਫੋਲੋ ਕਰਨ ਦੇ ਨਾਲ ਉਹ weight loss ਦੇ ਵਿੱਚ ਬਹੁਤ ਇਫੈਕਟਿਵ ਹੈ ਜੀ। ਤਾਂ ਇਹਨਾਂ ਵਿੱਚ ਬੇਸਿਕ ਆਸਨ ਇਹੀ ਹੈ ਕਿ ਆਪਾਂ ਬਦਰਕੋਣ ਆਸਨ ਕਰ ਰਹੇ ਹਾਂ, ਮਲ ਆਸਨ ਕਰ ਰਹੇ ਹਾਂ, ਮਲ ਆਸਨ ਵਾਕ ਕਰ ਰਹੇ ਹਾਂ। ਇਸ ਤੋਂ ਇਲਾਵਾ ਹੋਰ ਛੋਟੇ ਛੋਟੇ ਬੇਸਿਕ ਆਸਨਾ, ਸੂਰਜ ਨਮਸਕਾਰ ਹੈ, ਉਹਦੇ ਵਿੱਚ 9 ਆਸਨ ਦੀ ਫਸਟ ਸੀਰੀਜ਼ ਹੈ, ਫਿਰ 12 ਆਸਨ ਦੀ ਸੀਰੀਜ਼ ਹੈ, ਫਿਰ 18 ਆਸਨ ਦੀ ਸੀਰੀਜ਼ ਹੈ। ਤਾਂ ਉਹ ਅਲੱਗ-ਅਲੱਗ ਇਹਨਾਂ ਦੇ ਵਿੱਚ ਜੋ ਮੈਂ 12 18 9 ਦੱਸੇ, ਇਹਦੇ ਵਿੱਚ ਬਹੁਤ ਸਾਰੇ ਆਸਨ ਬੈਕ ਟੂ ਬੈਕ ਹੁੰਦੇ ਨੇ। ਉਹਦੇ ਵਿੱਚ ਆਪਾਂ ਆਰਾਮ ਨਹੀਂ ਕਰਦੇ, ਬਸ ਇੱਕ ਆਸਨ ਸਾਹ ਲਿਆ, ਦੂਸਰੇ ਆਸਨ ਸਾਹ ਛੱਡਿਆ, ਬਸ ਇਸੇ ਤਰ੍ਹਾਂ ਉਸ ਚੀਜ਼ ਨੂੰ ਫੋਲੋ ਕਰਦੇ ਨੇ। ਬਾਡੀ ਬਹੁਤ ਹੀ ਜ਼ਿਆਦਾ ਹੀਟ ਕ੍ਰੀਏਟ ਕਰਦੀ ਹੈ, ਤਾਂ ਉਹ ਆਪਣੇ ਹੈਡ ਤੋਂ ਲੈ ਕੇ ਟੋ ਤੱਕ ਦਾ ਪ੍ਰੋਪਰ ਵਰਕਆਊਟ ਹੈ। ਕੁਝ ਹੋਰ ਨਹੀਂ ਕਰ ਰਹੇ, ਬਸ ਸੂਰਜ ਨਮਸਕਾਰ ਕਰ ਰਹੇ, ਮੋਰ ਦੈਨ। ਤੁਸੀਂ ਜਿਵੇਂ ਦੱਸਿਆ ਵੀ ਬੈਕ ਟੂ ਬੈਕ ਐਕਸਰਸਾਈਜ਼ ਕਰਨੀ ਹੁੰਦੀ ਹੈ। ਹੁਣ ਮੈਂ ਜੇ ਇੱਕ ਕੰਪੈਰੀਜ਼ਨ ਕਰ ਲਾਂ, ਚਾਹੇ ਉਹ ਜਿਮ ਜਾਂਦਾ ਹੋਇਆ ਇੱਕ ਵਿਅਕਤੀ ਹੋਵੇ, ਚਾਹੇ ਤੁਹਾਡੇ ਕੋਲ ਯੋਗਾ ਪ੍ਰੈਕਟਿਸ ਕਰਦੇ ਆਉਂਦੇ ਹੋਣ, ਜਦੋਂ ਜਿਮ ਦਾ ਇੱਕ ਕਾਰਡ ਬਣਦਾ ਹੈ ਨਾ, ਮੰਥਲੀ ਕਾਰਡ ਬਣਦਾ, ਉੱਤੇ weight ਨੋਟ ਹੁੰਦਾ ਹੈ, ਹਾਈਟ ਨੋਟ ਹੁੰਦੀ, ਸਭ ਕੁਝ ਨੋਟ ਹੁੰਦਾ, ਕੋਈ ਪ੍ਰੋਬਲਮ ਹੈ ਤਾਂ ਵੀ, ਤੇ ਉਹ ਜਿਹੜਾ weight ਹੈ ਨਾ ਉਹਦਾ ਇੱਕ ਟਾਰਗੇਟ ਬਣਾ ਦਿੰਦੇ ਆ। ਚਾਹੇ ਜਿਮ ਟ੍ਰੇਨਰਸ ਹੋਣ, ਉਹਨੂੰ ਫੋਕਸ ਕਰਦੇ ਵੀ ਅਸੀਂ ਇਸ ਮਹੀਨੇ ਦੇ ਵਿੱਚ ਤੁਹਾਨੂੰ 4 ਕਿਲੋ 5 ਕਿਲੋ weight ਡਾਊਨ ਕਰਕੇ ਦਿਖਾਵਾਂਗੇ, ਫਿਰ ਅਗਲੇ ਮਹੀਨੇ ਉਹ ਕਰਕੇ ਵੀ ਦਿਖਾ ਦਿੰਦੇ ਆ। ਇਨਸਾਨ ਜਿਹੜਾ ਮੋਟੀਵੇਟ ਹੋ ਜਾਂਦਾ ਵੀ ਮੇਰਾ ਤਾਂ 5 ਕਿਲੋ weight ਘਟ ਗਿਆ, ਅਗਲੇ ਮਹੀਨੇ ਫੇਰ ਘਟ ਗਿਆ, 3 ਮਹੀਨੇ ਦਾ ਪੈਕੇਜ ਜਦੋਂ ਖਤਮ ਹੋਇਆ, ਜਿਮ ਛੱਡਿਆ, ਫਿਰ ਦੁਬਾਰਾ ਗੇਨ ਹੋ ਗਿਆ। ਇਹ ਯੋਗਾ ਦੇ ਵਿੱਚ ਇਦਾਂ ਦਾ ਕੁਛ ਤਾਂ ਨਹੀਂ ਹੈ ਕਿ ਜੋ ਯੋਗਾ ਦੇ ਨਾਲ weight ਘਟਦਾ ਹੈ, ਜੋ ਤੁਹਾਡੀ ਮਾਨਸਿਕ ਸੰਤੁਲਨ ਬੈਲੈਂਸ ਹੁੰਦਾ ਉਹ ਯੋਗਾ ਛੱਡਣ ਤੋਂ ਬਾਅਦ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਇਨਸਾਨ 15-20 ਮਿੰਟ ਕਰ ਰਿਹਾ ਉਹਦੀ ਹਮੇਸ਼ਾ ਟਾਈਮਿੰਗ ਵੱਧਦੀ ਜਾਏਗੀ। ਤੁਸੀਂ ਇਸ ਚੀਜ਼ ਨੂੰ ਕਿਵੇਂ ਕਲੈਰੀਫਾਈ ਕਰੋਗੇ ਕਿ ਯੋਗਾ ਦੇ ਵਿੱਚ weight loss ਹੋਇਆ ਵਾਪਸ ਤਾਂ ਨਹੀਂ ਗੇਨ ਹੋਏਗਾ? ਇਸ ਤਰ੍ਹਾਂ ਹੈ ਕਿ ਯੋਗਾ ਹੀਲ ਕਰਦਾ ਹੈ। ਆਪਾਂ ਆਪਣੇ ਸਾਹਾਂ ਦੇ ਨਾਲ ਆਪਣੇ ਆਪ ਨੂੰ ਅੰਦਰੋਂ ਹੀਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪ੍ਰਾਣਾਯਾਮ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਸਾਹਾਂ ਦੇ ਨਾਲ ਬਸ ਜੁੜਨਾ ਹੈ, ਕਨੈਕਟ ਹੋਣਾ ਹੈ ਆਪਣੇ ਆਪ ਨਾਲ, ਆਪਣੀ ਬਾਡੀ ਦੇ ਨਾਲ। ਬਾਡੀ ਅਲੱਗ ਹੈ, ਆਪਣਾ ਮਾਈਂਡ ਅਲੱਗ ਹੈ, ਮਤਲਬ ਸੋਲ ਤੇ ਬਾਡੀ ਦੋ ਅਲੱਗ-ਅਲੱਗ ਚੀਜ਼ਾਂ, ਇਹਨਾਂ ਨੂੰ ਪਹਿਲਾਂ ਕਨੈਕਟ ਕਰਨਾ। ਜਦੋਂ ਅਸੀਂ ਇਹਨਾਂ ਦੋਨਾਂ ਨੂੰ ਕਨੈਕਟ ਕੀਤਾ, ਉਸ ਤੋਂ ਬਾਅਦ ਆਪਾਂ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇਹ ਹੌਲੀ-ਹੌਲੀ ਅੰਦਰੋਂ ਦੀ ਪਹਿਲਾਂ ਹੀਲ ਹੋਣੀ ਸ਼ੁਰੂ ਹੋਏਗੀ ਕਿ ਜੋ ਪ੍ਰੋਬਲਮ ਹੈ ਪਹਿਲਾਂ ਉਹਦੇ ਤੇ ਅਸਰ ਕਰੇਗੀ, ਟਾਰਗੇਟ ਕਰੇਗੀ, ਫਿਰ ਹੌਲੀ-ਹੌਲੀ ਤੁਹਾਡਾ weight ਜੋ ਹੈ ਕੰਟਰੋਲ 'ਚ ਆਉਣਾ, ਜਿੰਨਾ ਹੋਣਾ ਚਾਹੀਦਾ ਉਨਾ ਹੋਣਾ ਸ਼ੁਰੂ ਹੋਏਗਾ। ਅਗਰ ਮੈਂ ਕਹਾਂ ਕਿ ਮੇਰਾ ਤਾਂ 50 ਕਿਲੋ ਹੈ, ਮੈਂ ਇਸ ਤੋਂ ਵੀ ਘਟਣਾ ਹੈ, ਮੇਰੀ ਬਾਡੀ ਅਲਾਉ ਨਹੀਂ ਕਰੇਗੀ ਕਿ ਨਹੀਂ ਤੁਹਾਡੀ ਹਾਈਟ ਦੇ ਅਕੋਰਡਿੰਗ ਇੰਨੀ ਹੀ ਰਿਕੁਆਇਰਮੈਂਟ ਹੈ ਤਾਂ ਇੰਨਾ ਹੋਏ, ਹਨਾ। ਤਾਂ ਉਹ ਇਫੈਕਟਿਵ ਇਸ ਤਰ੍ਹਾਂ ਹੈ ਕਿ ਬਹੁਤ ਸਲੋ ਪ੍ਰੋਸੈਸ ਹੈ। ਬਾਡੀ ਨੋਜ਼ ਕਿ ਉਹਦਾ ਕਿੰਨਾ weight ਹੋਣਾ ਚਾਹੀਦਾ, ਉਹ ਆਪਣੇ ਆਪ ਨੂੰ ਆਪ ਹੀ ਹੀਲ ਕਰਦੀ ਹੈ। ਹੁਣ ਇਹ 1 ਮਹੀਨੇ ਦੇ ਵਿੱਚ ਮੇਰਾ ਇੰਨਾ ਭਾਰ ਘਟ ਜੇ, ਇਦਾਂ ਦਾ ਟਾਰਗੇਟ ਨਹੀਂ ਹੈ। 1 ਮਹੀਨੇ 'ਚ ਤਾਂ ਤੁਸੀਂ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਰਹੇ ਹੋ, ਆਪਣੇ ਆਪ ਨੂੰ ਅੰਦਰੋਂ ਦੀ ਸਹੀ ਕਰਨਾ ਸ਼ੁਰੂ ਕਰ ਰਹੇ ਹੋ। ਅੰਦਰੋਂ ਦੀ ਤੁਹਾਨੂੰ ਇਹ ਇਫੈਕਟ ਨਹੀਂ ਲੱਗੇਗਾ ਕਿ ਇਨਸਟੈਂਟਲੀ ਸ਼ੋ ਨਹੀਂ ਹੋ ਰਿਹਾ ਕਿ ਮੇਰਾ ਤਾਂ ਇੰਚਸ 'ਚ ਹਲੇ ਘਟਿਆ ਨਹੀਂ। ਸਭ ਤੋਂ ਪਹਿਲਾਂ ਜਦੋਂ ਆਪਾਂ ਸਾਹਾਂ ਤੇ ਕੰਮ ਕਰਨਾ ਸ਼ੁਰੂ ਕਰਦੇ ਹਾਂ, ਯੋਗਾ ਸ਼ੁਰੂ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਅੰਦਰ ਵਾਲੀਆਂ ਚੀਜ਼ਾਂ, ਜਿਵੇਂ ਕਿ ਇਮਿਊਨਿਟੀ ਘੱਟ ਹੈ, ਸਾਹ ਬੜੀ ਛੇਤੀ ਫੁੱਲ ਜਾਂਦਾ ਹੈ, ਇਸ ਤੋਂ ਇਲਾਵਾ ਬਹੁਤ ਜਲਦੀ ਥਕਾਨ ਹੋ ਜਾਂਦੀ ਹੈ, ਇਹ ਸਭ ਕੁਝ ਪਹਿਲਾਂ ਸੌਰਟ ਆਊਟ ਹੋਣਾ ਸ਼ੁਰੂ ਹੋਏਗਾ। ਇਹ ਹੌਲੀ-ਹੌਲੀ ਪਹਿਲਾਂ ਠੀਕ ਹੋਏਗਾ। ਜਦੋਂ ਤੁਸੀਂ ਦੇਖੋਗੇ ਕਿ ਹਾਂ ਮੇਰੀਆਂ ਇਹ ਚੀਜ਼ਾਂ ਤਾਂ ਠੀਕ ਹੋਣ ਲੱਗ ਗਈਆਂ, ਫਿਰ ਉਸ ਤੋਂ ਬਾਅਦ ਤੁਹਾਡਾ ਮਨ ਕਰੇਗਾ ਕਿ ਹੁਣ ਥੋੜਾ ਹੋਰ ਪ੍ਰੈਕਟਿਸ ਕੀਤੀ ਜਾਏ। 2-3 ਮਹੀਨੇ ਦੀ ਪ੍ਰੈਕਟਿਸ ਦੇ ਨਾਲ weight ਆਪਣੇ ਆਪ ਮੈਨੇਜ ਹੋਣਾ ਸ਼ੁਰੂ ਹੋ ਜਾਂਦਾ। ਜਿੱਦਾਂ ਜਿੱਦਾਂ ਬਾਡੀ ਨੂੰ ਰਿਕੁਆਇਰਮੈਂਟ ਹੈ ਉੱਦਾਂ ਉੱਦਾਂ ਉਹ ਆਪਣੀ ਸ਼ੇਪ 'ਚ ਆਉਣੀ ਸ਼ੁਰੂ ਹੋ ਜਾਂਦੀ ਹੈ, ਬਾਡੀ ਟੋਨ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਹੋਰ ਹਾਰਡ ਵਰਕ ਦੀ ਜ਼ਰੂਰਤ ਹੈ, ਤਾਂ ਫਿਰ ਤੁਸੀਂ ਐਡਵਾਂਸ ਪ੍ਰੈਕਟਿਸਿਸ ਦੇ ਵਿੱਚ ਜਾਂਦੇ ਆ, ਜਾਂ ਫਿਰ ਨਾਲ ਕੁਝ ਵਾਕ ਐਡ ਕਰ ਦਿਓ, ਜਾਂ ਆਪਣੀ ਡਾਈਟ ਨੂੰ ਕੰਟਰੋਲ ਕਰ ਦਿਓ। ਹੁਣ ਮੈਂ ਇੱਕ ਤਰਫ ਯੋਗਾ ਪ੍ਰੈਕਟਿਸ ਕਰ ਰਹੀ ਹਾਂ ਔਰ ਬਾਹਰੋਂ ਦੀ ਪੈਕਡ ਫੂਡ, ਜੰਕ ਫੂਡ, ਫਰਾਈਡ, ਇਸ ਤਰ੍ਹਾਂ ਦਾ ਕੁਝ ਲੈ ਰਹੀ ਹਾਂ, ਤਾਂ ਫਿਰ ਉਹ ਇਫੈਕਟ ਨਹੀਂ ਪਾਏਗਾ ਨਾ। ਪਰ ਜਦੋਂ ਆਪਾਂ ਯੋਗਾ ਅਭਿਆਸ ਕਰਨਾ ਸ਼ੁਰੂ ਕਰਤਾ, ਮਾਈਂਡ ਸੈਟ ਹੀ ਉਸ ਤਰ੍ਹਾਂ ਦਾ ਬਣ ਗਿਆ ਕਿ ਨਹੀਂ, ਮੈਂ ਆਪਣੀ ਬਾਡੀ ਦੇ ਲਈ ਇੰਨੀ ਮਿਹਨਤ ਕਰ ਰਹੀ ਹਾਂ, ਤਾਂ ਮੈਂ ਆਪਣੀ ਬਾਡੀ ਨੂੰ ਇਹ ਸਾਰਾ ਕੁਝ ਦੇ ਕੇ ਖਰਾਬ ਨਹੀਂ ਕਰ ਸਕਦੀ। ਬਾਡੀ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਆਪਣੇ ਆਪ ਹੀ ਉਹਨੂੰ ਫालतू ਚੀਜ਼ਾਂ ਨਹੀਂ ਦੋਗੇ। ਬਿਲਕੁਲ। ਤੇ ਫਿਰ ਉਹ ਇਸ ਤਰ੍ਹਾਂ ਘਟਣਾ ਸ਼ੁਰੂ ਹੁੰਦਾ।
ਤਾਂ ਮਤਲਬ ਇਹ ਹੈ ਕਿ ਯੋਗਾ ਦੀ ਪਾਵਰ ਇਸ ਤਰੀਕੇ ਨਾਲ ਵੀ ਤੁਹਾਨੂੰ ਇੰਟਰਨਲੀ ਜ਼ਿਆਦਾ heal ਫੋਕਸ ਕਰੇਗਾ। ਕਰਦੀ ਹੈ ਮੋਰ ਦੈਨ ਐਕਸਟਰਨਲ, ਜੋ ਐਕਸਟਰਨਲ ਜਿਮ ਜਾਂ ਵਾਕ ਜਾਂ ਐਕਸਰਸਾਈਜ਼ ਦੇ ਵਿੱਚ ਜ਼ਿਆਦਾ weight reduce ਹੁੰਦਾ, ਬਟ ਇੰਟਰਨਲੀ ਸਟਰੋਂਗ ਹੋਣਾ ਮੈਨੂੰ ਲੱਗਦਾ ਜ਼ਿਆਦਾ ਸਹੀ ਹੈ। ਬਿਲਕੁਲ ਬੈਲੈਂਸ ਕਰੇਗੀ, ਸਿਰਫ ਸਟਰੋਂਗ ਨਹੀਂ ਕਰੇਗੀ, ਫਲੈਕਸੀਬਲ ਵੀ ਕਰੇਗੀ, ਮਾਈਂਡ ਤੋਂ ਬੋਡੀ ਤੋਂ ਫਲੈਕਸੀਬਲ ਕਰੇਗੀ, ਬੈਲੈਂਸ ਲੈ ਕੇ ਆਏਗੀ, ਸਿਰਫ ਮੈਟ ਦੇ ਉੱਤੇ ਨਹੀਂ, ਮੈਟ ਤੋਂ ਬਾਹਰ ਵੀ ਕਿਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਫਲੈਕਸੀਬਿਲਿਟੀ ਹੈਂਡਲ ਕਰੇਗੀ, ਬੈਲੈਂਸ ਕਿਸ ਤਰ੍ਹਾਂ ਰੱਖਣਾ ਹੈ, ਸਿਰਫ ਕੰਮ ਨਹੀਂ ਕਰਨਾ, ਥੋੜਾ ਆਪਣੇ ਲਈ ਖੁਸ਼ੀ ਵੀ ਲੱਭਣੀ ਹੈ, ਪਲ ਨੂੰ ਜੀਣਾ ਵੀ ਹੈ, ਆਪਣੀ ਬੋਡੀ ਦੀ ਪੂਜਾ ਕਰਨੀ ਹੈ, ਉਹਦੇ ਨਾਲ ਰਹਿਣਾ, ਆਪਣੇ ਸਾਹਾਂ ਦੇ ਨਾਲ ਪਿਆਰ ਪਾਣਾ, ਇਹ ਸਾਰਾ ਕੁਝ ਯੋਗਾ ਸਿਖਾਏਗਾ। ਬੇਸਿਕ ਆਸਨ ਜੋ ਕਰ ਰਹੇ ਹਾਂ ਉਹ ਕਿਤੇ ਨਾ ਕਿਤੇ ਕਿਸੇ ਇੱਕ ਪ੍ਰੋਬਲਮ ਨੂੰ ਤਾਂ ਟਾਰਗੇਟ ਕਰਦੇ ਹੀ ਕਰਦੇ ਆ, ਪਰ ਉਹਦੇ ਵਿੱਚ ਰੁਕਣਾ, ਸਬਰ ਕਰਨਾ, ਉੱਥੇ ਸਾਹ ਲੈਣੇ, ਸਾਹਾਂ ਨਾਲ ਪਿਆਰ ਪਾਣਾ, ਇਹ ਸਾਰਾ ਕੁਝ ਯੋਗਾ ਤੁਹਾਨੂੰ ਆਪਣੇ ਆਪ ਹੀ ਸਿਖਾ ਦੇਗਾ। ਇਹ ਅਲੱਗ ਤੋਂ ਸਿੱਖਣ ਦੀ ਹੋਰ ਫਿਰ ਜ਼ਰੂਰਤ ਨਹੀਂ ਪੈਂਦੀ, ਤਾਂ ਆਟੋਮੈਟਿਕਲੀ ਮੈਂ ਸਿਰਫ ਯੋਗਾ ਕਰ ਰਹੀ ਹਾਂ, ਨਾਲ ਵਿੱਚ ਐਕਸੈਪਟੈਂਸ ਆ ਰਹੀ ਹੈ, ਨਾਲ ਵਿੱਚ ਬੈਲੈਂਸ ਆ ਰਿਹਾ, ਨਾਲ ਵਿੱਚ ਸਬਰ ਆ ਰਿਹਾ, ਇਹ ਸਾਰਾ ਕੁਝ ਯੋਗਾ ਆਪਣੇ ਆਪ ਲੈ ਕੇ ਆ ਰਿਹਾ ਜੀ। ਤਾਂ ਯੋਗਾ ਦੀ ਜਿਵੇਂ ਤੁਸੀਂ ਖਾਸੀਅਤ ਦੱਸੀ ਹੈ, ਪੇਸ਼ੈਂਟਸ ਅੱਜ ਕੱਲ੍ਹ ਜਿਹੜੇ ਨੇ weight loss ਤੇ ਨਾਲ ਫੋਕਸ ਕਰਦੇ ਕਰਦੇ ਕਈ ਘਰਾਂ ਦੇ ਵਿੱਚ ਡਾਇਬੀਟੀਜ਼ ਜਿਹੜੀ ਹੈ ਭਿਆਨਕ ਤਰੀਕੇ ਨਾਲ ਵੱਧ ਚੁੱਕੀ ਹੈ, ਔਰ ਲੋਕ ਦਵਾਈਆਂ ਤਾਂ ਖਾ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਯੋਗਾ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਕਿਉਰ ਕਰ ਸਕਦੀ ਹੈ। ਡਾਇਬੀਟੀਜ਼ ਦੇ ਪੇਸ਼ੈਂਟਸ ਕਿਹੜੇ ਆਸਨ ਕਰ ਸਕਦੇ ਨੇ ਕਿ ਜਿਹੜੇ ਉਹਨਾਂ ਦੀ ਡਾਇਬੀਟੀਜ਼ ਬਿਲਕੁਲ ਖਤਮ ਹੋ ਸਕਣ? ਡਾਇਬੀਟੀਜ਼ ਦੇ ਆਸਨ ਜਿਵੇਂ ਉਹ ਮਲ ਆਸਨ ਦੇ ਵਿੱਚ ਬੈਠਣ, ਤਿਤਿਬਾ ਆਸਨ ਦੇ ਵਿੱਚ ਬੈਠਣ, ਜਾਂ ਬਦਰਕੋਣ ਆਸਨ 'ਚ ਬੈਠਣ। ਤਿਤਿਬਾ ਆਸਨ ਤਾਂ ਐਡਵਾਂਸ ਆਸਨਾਂ ਦੇ ਵਿੱਚ ਆ ਜਾਏਗਾ, ਉਹਦੇ 'ਚ ਬੈਲੈਂਸ ਜ਼ਿਆਦਾ ਹੈ, ਪਰ ਮਲ ਆਸਨ ਦੇ ਵਿੱਚ ਬੈਠਣਾ ਆਸਾਨ ਹੈ, ਵਜਰ ਆਸਨ 'ਚ ਬੈਠਣਾ ਆਸਾਨ ਹੈ। ਫਿਰ ਪ੍ਰਾਣਾਯਾਮ ਤੇ ਜ਼ਿਆਦਾ ਫੋਕਸ ਕਰਨ, ਆਪਣੇ ਸਾਹਾਂ ਤੇ ਜ਼ਿਆਦਾ ਕੰਟਰੋਲ ਕਰਨ, ਕਿਉਂਕਿ ਸਾਰਾ ਖੇਲ ਹੀ ਸਾਹਾਂ ਦਾ। ਅਗਰ ਮੈਂ ਕਹਾਂ ਕਿ ਮੈਂ ਰੋਜ਼ ਉੱਠ ਕੇ ਅਨੁਲੋਮ ਵਿਲੋਮ ਕਰ ਰਹੀ ਹਾਂ, ਮੇਰਾ ਬੀਪੀ, ਮੇਰੀ ਸ਼ੂਗਰ ਬਹੁਤ ਜਲਦੀ ਕੰਟਰੋਲ 'ਚ ਆਉਣੀ ਸ਼ੁਰੂ ਹੋ ਜਾਂਦੀ ਹੈ। ਮੈਂ ਪਰਸਨਲ ਟ੍ਰੇਨਿੰਗਸ ਦੇਣ ਜਾਂਦੀ ਹਾਂ ਜਿੱਥੇ, ਉੱਥੇ ਮੇਰੇ ਕੋਲ ਜਿਵੇਂ ਕਹਿੰਦੇ ਆ ਨਾ ਕਿ ਲਾਈਵ ਐਗਜ਼ਾਮਪਲਸ ਹੈ ਆਪਣੇ ਕੋਲ, ਕਿ ਉਹਨਾਂ ਨੇ ਇਸ ਚੀਜ਼ਾਂ ਤੇ ਕਾਬੂ ਪਾਇਆ। ਬੀਪੀ ਵੀ ਕੰਟਰੋਲ ਹੋ ਜਾਏਗਾ, ਬੀਪੀ ਵੀ ਕੰਟਰੋਲ ਹੁੰਦਾ ਹੈ, ਕਿਉਂਕਿ ਸਾਰਾ ਕੁਝ ਸਾਹਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਆਪਣੇ ਬਲੱਡ ਦਾ ਰੇਟ ਜੋ ਹੈ ਉਹ ਆਪਣੇ ਆਪ ਹੀ ਕੰਟਰੋਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ, ਕਿ ਹਾਈ ਨਹੀਂ ਹੋ ਰਿਹਾ, ਲੋ ਨਹੀਂ ਹੋ ਰਿਹਾ, ਔਰ ਉਹਦੇ ਲਈ ਅਨੁਲੋਮ ਵਿਲੋਮ ਬਹੁਤ ਅੱਛਾ ਹੈ। ਅਨੁਲੋਮ ਵਿਲੋਮ ਕਰਦੇ ਆ ਤਾਂ ਇਹ ਬੀਪੀ, ਸ਼ੂਗਰ ਜੋ ਹੈ, ਇਹ ਸਾਰਾ ਕੁਝ ਤਾਂ ਆਪਣੇ ਆਪ ਹੀ ਕੰਟਰੋਲ 'ਚ ਆ ਜਾਂਦਾ ਹੈ। ਮੈਜਿਕ ਹੈ, ਬੋਡੀ ਦਾ ਮੈਜਿਕ ਹੈ ਕਿ ਆਪਣੇ ਸਾਹਾਂ ਨਾਲ ਹੀ ਆਪਣੇ ਆਪ ਨੂੰ ਠੀਕ ਕਰੀ ਜਾ ਰਹੀ ਹੈ। ਆਪਾਂ ਨੂੰ ਸਿਰਫ ਸਮਝ ਨਹੀਂ ਹੈ ਕਿ ਆਪਣੇ ਸਾਹ ਕਿੰਨੇ ਪਾਵਰਫੁਲ ਹੈ, ਪਰ ਜਦੋਂ ਆਪਾਂ ਚੀਜ਼ ਨੂੰ ਕਰਨ ਲੱਗ ਜਾਈਏ ਤੇ ਆਪਾਂ ਨੂੰ ਇਫੈਕਟ ਪਾਣ, ਫਿਰ ਆਪਾਂ ਨੂੰ ਸਮਝ ਆਉਂਦਾ ਕਿ ਬੋਡੀ ਦਾ ਇਲਾਜ ਆਪਣੇ ਅੰਦਰ ਹੀ ਹੈ। ਆਪਾਂ ਆਪਣੀ ਇਸ ਮੈਕੈਨਿਜ਼ਮ ਨੂੰ ਜਦੋਂ ਸਮਝ ਗਏ ਨਾ, ਫਿਰ ਸਾਰਾ ਕੁਝ ਹੀ ਆਸਾਨ ਹੈ। ਦਵਾਈਆਂ ਨੇ ਥੋੜੀ ਦੇਰ ਲਈ ਅਸਰ ਪਾਣਾ, ਫਿਰ ਉਸ ਤੋਂ ਬਾਅਦ ਉਹ ਫਿਰ ਉਸ ਤਰ੍ਹਾਂ ਦਾ ਹੀ ਹੋ ਜਾਏਗਾ, ਤੁਹਾਨੂੰ ਕੰਟੀਨਿਊਸਲੀ ਉਹ ਚੀਜ਼ਾਂ ਲੈਣੀਆਂ ਪੈਣਗੀਆਂ। ਮੈਂ ਇਹ ਨਹੀਂ ਕਹਿ ਰਹੀ ਕਿ ਦਵਾਈਆਂ ਇੱਕਦਮ ਹੀ ਛੱਡ ਦਿਓ, ਨਹੀਂ, ਨਾਲ ਨਾਲ ਯੋਗ ਅਭਿਆਸ ਕਰਨਾ ਸ਼ੁਰੂ ਕਰੋ, ਤੁਹਾਡੀਆਂ ਦਵਾਈਆਂ ਆਪਣੇ ਆਪ ਘਟਣੀਆਂ ਸ਼ੁਰੂ ਹੋ ਜਾਣਗੀਆਂ। ਡਾਕਟਰ ਜਦੋਂ ਦੇਖਣਗੇ ਕਿ ਥੋੜਾ ਇਫੈਕਟ ਆ ਰਿਹਾ ਹੈ, ਥੋੜਾ ਉਹਨਾਂ ਨਾਲ ਬੀਪੀ ਕੰਟਰੋਲ 'ਚ ਰਹਿਣ ਲੱਗ ਗਿਆ, ਤਾਂ ਓਬਵੀਅਸਲੀ ਉਹਦੀ ਪਾਵਰ ਥੋੜੀ ਜਿਹੀ ਘੱਟ ਕਰ ਦੇਣਗੇ, ਫਿਰ ਹੋਰ ਘੱਟ ਕਰ ਦੇਣਗੇ। ਇਸ ਤਰ੍ਹਾਂ ਤੁਸੀਂ ਆਪਣਾ ਜੋ ਬੀਪੀ ਦਾ ਲੈਵਲ ਹੈ, ਜੋ ਆਪਣਾ ਸ਼ੂਗਰ ਦਾ ਲੈਵਲ ਹੈ, ਇਸ ਤਰ੍ਹਾਂ ਹੀ ਕੰਟਰੋਲ 'ਚ ਲੈ ਕੇ ਆ ਸਕਦੇ ਹੋ। ਜਿਵੇਂ ਤੁਸੀਂ ਦੱਸਿਆ ਵੀ ਬੀਪੀ ਸ਼ੂਗਰ ਤੋਂ ਇਲਾਵਾ ਅੱਜ ਜੁਆਇੰਟ ਪੇਨ ਦੀ ਪ੍ਰੋਬਲਮ ਵੀ ਵੱਧ ਗਈ ਹੈ, ਤੇ ਜਿਹੜੇ ਪੇਸ਼ੈਂਟਸ ਹੋਣ ਉਹ ਇਹ ਕਹਿਣਗੇ ਵੀ ਨਾ ਤਾਂ ਅਸੀਂ ਜਿਮ ਜਾ ਸਕਦੇ ਹਾਂ, ਸਾਡੇ ਕੋਲ ਵਾਕ ਨਹੀਂ ਹੁੰਦੀ, ਸਾਡੇ ਕੋਲ ਤੁਰਿਆ ਨਹੀਂ ਜਾਂਦਾ। ਯੋਗਾ 'ਚ ਕਿੰਨਾ ਕੁ ਹੈਲਪ ਕਰ ਸਕਦਾ ਹੈ ਜੁਆਇੰਟ ਪੇਨਸ ਨੂੰ ਬਿਲਕੁਲ ਹੀ ਜਿਹੜਾ ਖਤਮ ਕਰਨਾ ਹੋਵੇ? ਜੀ, ਜੁਆਇੰਟ ਪੇਨਸ ਦਾ ਪਹਿਲਾ ਰੀਜ਼ਨ ਦੇਖਣਾ ਕਿ ਇਹ ਕਿਉਂ ਹੋ ਰਹੇ ਨੇ। ਹੁਣ ਕਈਆਂ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈ, ਕਈਆਂ ਦੇ ਜੁਆਇੰਟਸ ਵੈਸੇ ਏਜ ਅਕੋਰਡਿੰਗ ਪੇਨ ਹੋ ਰਿਹਾ ਹੈ, ਕਈਆਂ ਨੂੰ ਜੈਨੇਟਿਕਲੀ ਇਸ਼ੂ ਹੈ ਕਿ ਉਹਨਾਂ ਦੇ ਜੁਆਇੰਟਸ ਤੇ ਅਸਰ ਪੈਂਦਾ ਹੈ ਵਿਦ ਏਜ, ਵਿਦ ਗਰੋਇੰਗ ਬੋਡੀ। ਹਰ ਬੋਡੀ, ਹਰ ਏਜ ਦੀ ਅਲੱਗ ਬਿਊਟੀ ਹੈ ਜੀ, ਉਹਨੇ ਹਰ ਏਜ 'ਚ ਕਿਤੇ ਨਾ ਕਿਤੇ ਦਰਦ, ਕਿਤੇ ਨਾ ਕਿਤੇ ਖੂਬਸੂਰਤੀ ਆਪਣੀ ਦਿਖਾਣੀ ਹੈ ਕਿ ਹੁਣ ਇਹ ਚੀਜ਼ਾਂ ਹੋ ਪਾ ਰਹੀਆਂ ਨੇ, ਹੁਣ ਪਹਿਲਾਂ ਇਹ ਨਹੀਂ ਸੀ ਹੁੰਦੀਆਂ, ਹੁਣ ਇਹ ਚੀਜ਼ਾਂ ਨਹੀਂ ਹੋ ਪਾ ਰਹੀਆਂ, ਪਹਿਲਾਂ ਹੋ ਜਾਂਦੀਆਂ ਸੀ। ਉਹ ਆਪਣੀ ਬੋਡੀ ਨੇ ਹੌਲੀ ਹੌਲੀ ਦੱਸਣਾ ਸ਼ੁਰੂ ਕਰ ਦੇਣਾ, ਤੇ ਉਸ ਅਕੋਰਡਿੰਗ ਆਪਾਂ ਡਾਈਟ ਸਭ ਤੋਂ ਪਹਿਲਾਂ ਠੀਕ ਕਰਦੇ ਆਪਣੀ। ਫਿਰ ਉਸ ਤੋਂ ਬਾਅਦ ਜੋ ਮੈਂ ਤੁਹਾਨੂੰ ਦੱਸਿਆ ਕਿ ਪ੍ਰਾਣਾਯਾਮ ਆਪਾਂ ਉਹ ਕਰਦੇ ਹਾਂ, ਫਿਰ ਆਪਾਂ ਆਪਣੀ ਬੋਡੀ ਨੂੰ ਜੋ ਬੇਸਿਕ ਸਟ੍ਰੈਚ ਹੈ ਉਹ ਦਿੰਦੇ ਹੀ ਦਿੰਦੇ ਹਾਂ ਕਿ ਉਹ ਰੁਕਣ ਨਾ, ਉਹ ਮੂਵਮੈਂਟ ਕਰਨ, ਛੋਟੀ ਛੋਟੀ ਮੂਵਮੈਂਟ ਕਰਨ, ਫਾਰਵਰਡ ਫੋਲਡ ਕਰਨ, ਪਸ਼ਚਿਮੋਤਾਨਾਸਨ ਕਰਨ, ਬੈਠ ਕੇ ਬਟਰਫਲਾਈ ਕਰਨ, ਬੈਠ ਕੇ ਮਲ ਆਸਨ ਟਰਾਈ ਕਰਨ। ਪੂਰਾ ਬੈਠਣ ਦੀ ਜ਼ਰੂਰਤ ਨਹੀਂ ਹੈ, ਆਲਰੇਡੀ ਪੇਨ ਹੈ ਤਾਂ ਬੈਠਿਆ ਨਹੀਂ ਜਾਏਗਾ, ਪਿੱਲੋ ਦਾ ਸਪੋਰਟ ਲੈਣ, ਹੌਲੀ ਹੌਲੀ ਕਰਨ ਦੀ ਕੋਸ਼ਿਸ਼ ਕਰਨ, ਤਾਂ ਥੋੜੇ ਬੇਸਿਕ ਆਸਨ ਕਰਕੇ ਉਹ ਆਪਣੇ ਆਪ ਨੂੰ ਕਿਉਰ ਕਰ ਸਕਦੇ। ਪਰ ਅਗਰ ਮੈਂ ਕਹਾਂ ਕਿ ਮੇਰੇ ਦਰਦਾਂ ਹੋ ਰਹੀਆਂ, ਮੈਂ ਨਹੀਂ ਕਰਾਂਗੀ ਤੇ ਠੀਕ ਹੋ ਜਾਏਗਾ, ਇਸ ਤਰ੍ਹਾਂ ਨਹੀਂ ਹੋਏਗਾ। ਆਪਾਂ ਨੂੰ ਉਹਨਾਂ ਨੂੰ ਚਲਾਉਣਾ ਪਏਗਾ, ਬੋਡੀ ਨੂੰ ਜਿਸ ਤਰ੍ਹਾਂ ਅਸੀਂ ਸਮਝਾਵਾਂਗੇ ਪਿਆਰ ਨਾਲ ਸਮਝ ਜਾਏਗੀ, ਪਰ ਧੱਕਾ ਕਰਾਂਗੇ ਫਿਰ ਗੁੱਸਾ ਕਰ ਜਾਏਗੀ।
ਤਾਂ ਯੋਗਾ ਦੇ ਨਾਲ, ਆਪਣੇ ਸਾਹਾਂ ਦੇ ਨਾਲ ਜੁੜ ਕੇ, ਆਪਣੀ ਬਾਡੀ ਦੇ ਨਾਲ ਜੁੜ ਕੇ ਆਪਾਂ ਇਸ ਚੀਜ਼ ਨੂੰ ਠੀਕ ਕਰ ਸਕਦੇ ਹਾਂ ਜੀ। ਡਾਈਟ ਦੀ ਗੱਲ ਕਰਾਂ ਤਾਂ ਫਰੂਟਸ, ਫਲਾਹਾਰ ਤੇ ਚਲੇ ਜਾਂਦੇ ਨੇ। ਆਰਥਰਾਈਟਿਸ ਦੇ ਲਈ ਬਹੁਤ ਹੀ ਅੱਛਾ ਹੈ ਕਿ ਡਾਕਟਰ ਦੇ ਰਿਕਮੈਂਡ ਦੇ ਨਾਲ ਉਹ ਆਪਣੀ ਡਾਈਟ ਨੂੰ ਚੇਂਜ ਕਰਨ। ਕੁਝ ਚੀਜ਼ਾਂ ਨੇ ਜੋ ਆਪਣੇ ਜੁਆਇੰਟਸ ਤੇ ਬਹੁਤ ਅਸਰ ਪਾਉਂਦੀਆਂ ਨੇ। ਸਭ ਦੀ ਬਾਡੀ ਸੇਮ ਨਹੀਂ ਹੈ, ਕਿਸੇ ਨੂੰ ਜ਼ਿਆਦਾ ਅਸਰ ਦਿੰਦੀਆਂ ਨੇ, ਕਿਸੇ ਨੂੰ ਵੀਟ ਸੂਟ ਨਹੀਂ ਕਰਦੀ ਤਾਂ ਉਹਨਾਂ ਦੇ ਜੁਆਇੰਟਸ ਤੇ ਹੈ, ਕਿਸੇ ਨੂੰ ਕੁਝ ਸੂਟ ਨਹੀਂ ਕਰ ਰਿਹਾ ਤਾਂ ਉਹਨਾਂ ਦੇ ਜੁਆਇੰਟਸ ਤੇ ਹੈ। ਹੁਣ ਲੇਡੀਜ਼ ਦੇ ਵਿੱਚ ਲੈਮਨ ਉਹਨਾਂ ਨੂੰ ਨਹੀਂ ਸੂਟ ਕਰਦਾ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਜੁਆਇੰਟਸ ਤੇ ਪੇਨ ਦੱਸਣ ਲੱਗ ਜਾਂਦਾ ਹੈ। ਕਿਸੇ ਨੂੰ ਰਾਈਸ ਸੂਟ ਨਹੀਂ ਕਰਦੇ, ਕਿਸੇ ਨੂੰ ਵਹੀ ਵਾਲੀਆਂ ਚੀਜ਼ਾਂ ਨਹੀਂ ਸੂਟ ਕਰਦੀਆਂ, ਤਾਂ ਉਹਨਾਂ ਚੀਜ਼ਾਂ ਤੋਂ ਇੱਕ ਅੱਧੇ ਦਿਨ ਦੀ ਬ੍ਰੇਕ ਲਓ, ਫਲਾਹਾਰ ਤੇ ਆ ਜਾਓ, ਫਰੂਟਸ ਕੰਜ਼ਿਊਮ ਕਰੋ ਅਕੋਰਡਿੰਗ ਟੂ ਯੋਰ ਬॉडी weight, पानी, लिक्विड्स, फ्रूट्स और बॉइल्ड वेजिस जो है इदां ਦੀਆਂ ਚੀਜ਼ਾਂ ਥੋੜ੍ਹੀਆਂ ਕੰਜ਼ੂਮ ਕਰਨੀਆਂ ਸ਼ੁਰੂ ਕਰੋ ਕਿ ਆਪਣਾ ਬਾਡੀ weight ਥੋੜਾ ਕੰਟਰੋਲ 'ਚ ਆ ਜਾਏ, ਆਪਣੀਆਂ ਜੁਆਇੰਟਸ ਵਗੈਰਾ ਦੀ ਬਿਲਕੁਲ ਮਿਨੀਮਲ ਜੋ ਹੈ ਐਕਸਰਸਾਈਜ਼ ਕਰੀਏ ਤੇ ਉਹ ਆਪਣੇ ਆਪ ਹੀ ਇਹਦੇ ਨਾਲ ਹੀ ਠੀਕ ਹੋ ਜਾਂਦੀਆਂ ਨੇ। ਫਿਰ ਆਪਾਂ ਕਹਿੰਦੇ ਆ ਕਿ ਇਹ ਪਤਾ ਨਹੀਂ ਕਿਸ ਤਰ੍ਹਾਂ ਜਾਦੂ ਹੋਇਆ, ਤੁਸੀਂ ਆਪਣੀ ਬਾਡੀ ਨਾਲ ਆਪ ਹੀ ਚੇਂਜ ਖੁਦ ਆਪ ਹੀ ਚੇਂਜ ਕੀਤਾ। ਅਸੀਂ ਆਪ ਹੀ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ ਤੇ ਸਾਨੂੰ ਇਹੀ ਨਹੀਂ ਪਤਾ। ਤੁਸੀਂ ਜਿਵੇਂ ਦੱਸਿਆ ਵੀ ਜੁਆਇੰਟ ਪੇਨਸ ਦੀ ਜਿਹੜੀ ਖਾਸੀਅਤ ਇਹ ਹੈ ਕਿ ਜੇ ਕੋਈ ਪ੍ਰੋਬਲਮ ਡਾਇਗਨੋਸ ਹੁੰਦੀ ਹੈ ਤਾਂ ਉਹਨੂੰ ਆਪਣੇ ਆਪ ਚੇਂਜ ਕਰ ਸਕਦੇ ਆ। ਵੀ ਹੁਣ ਜਿਹੜਾ ਟਾਈਮ ਚੇਂਜ ਹੋ ਰਿਹਾ ਹੈ, ਸਾਡਾ ਖਾਣਾ ਪੀਣਾ ਬਹੁਤ ਜ਼ਿਆਦਾ ਖਰਾਬ ਹੈ, ਲਾਈਫ ਸਟਾਈਲ ਬਹੁਤ ਜ਼ਿਆਦਾ ਖਰਾਬ ਹੈ, ਤੇ ਜਿਹੜੀਆਂ ਲੇਡੀਜ਼ ਨੇ ਜਾਂ ਗਰਲਸ ਨੇ ਗਰੋਇੰਗ ਏਜ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। PCOD ਨਾਰਮਲ ਹੈ, ਮਤਲਬ ਮੋਰ ਦੈਨ ਨਾਰਮਲ ਮੈਂ ਇਹਨੂੰ ਕਹੂੰਗੀ ਕਿਉਂਕਿ ਬਹੁਤ ਜ਼ਿਆਦਾ ਇਹਦਾ ਰੇਟ ਵੱਧ ਚੁੱਕਿਆ ਹੈ। ਇਹਦੇ ਵਿੱਚ ਯੋਗਾ ਦੇ ਕੁਝ ਆਸਨ ਹੈਲਪ ਕਰ ਸਕਦੇ ਆ? ਬਿਲਕੁਲ, ਯੋਗਾ ਦੇ ਵਿੱਚ ਆਸਨ ਹੈਲਪ ਕਰ ਸਕਦੇ ਨੇ। ਆਪ ਤੁਹਾਡਾ ਲਾਈਫ ਸਟਾਈਲ ਜਦੋਂ ਤੁਸੀਂ ਚੇਂਜ ਕਰ ਦੋਗੇ ਆਪਣੇ ਆਪ ਇਹ 1 2 3 ਮਹੀਨੇ ਵਿੱਚ ठीक होना शुरू हो जाता है। PCOD PCOS बहुत कॉमन है जस्ट बिकॉज ऑफ लाइफ स्टाइल। आप पैक्ड खा रहे हैं, आप फ्राइड खा रहे हैं, वो भी फ्राइड केड़ा बाहर दा, वो सानू नहीं पता वो किस तरह बना रहे ने, जो चीज़ां अपनी बॉडी ते किस तरह असर कर रही ने वो सब सानू नहीं पता। आप सिर्फ कंज्यूम कर लिया, ਉਹਦਾ इफेक्ट ਕੀ ਆਇਆ ਕਿ ਹਾਰਮੋਨਸ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਚੇਂजेस ਹੋਏ, ਜੋ ਚੀਜ਼ਾਂ ਨੈਚੁਰਲ ਹੋਣੀਆਂ ਚਾਹੀਦੀਆਂ ਉਹ ਨਹੀਂ ਹੋ ਰਹੀਆਂ। ਸਭ ਤੋਂ ਪਹਿਲਾਂ ਡਾਈਟ ਸਹੀ ਕਰਨੀ ਪਏਗੀ, ਫਿਰ ਆਪਾਂ ਨੇ ਯੋਗ ਅਭਿਆਸ ਕਰਨੇ ਪੈਣਗੇ। ਔਰ ਯੋਗ ਅਭਿਆਸ ਦੇ ਵਿੱਚ ਵੀ कुछ इस तरह का नहीं कि बहुत मुश्किल है, नहीं हो रहा है। पश्चिमोत्तानासन है, बैक बेंड्स हैं, बटरफ्लाई है, मल आसन है, वज्रासन है, सारे बेसिक आसन, कुछ भी एडवांस नहीं, कुछ भी मुश्किल नहीं, सारे बेसिक आसन। सूर्य नमस्कार बिल्कुल बेसिक। ग्लोइंग स्किन वास्ते ਉਹਦੇ ਵਾਸਤੇ ਕਿਹੜਾ ਯੋਗਾ ਦਾ ਆਸਨ? ਇਹ ਸਭ ਤੋਂ ਪਹਿਲਾਂ ਅੰਦਰੋਂ ਖੁਸ਼ ਰਹਿਣਾ। ਅੰਦਰੋਂ ਤੁਸੀਂ ਸਿਰਫ ਉਦੋਂ ਖੁਸ਼ ਰਹੋਗੇ ਜਦੋਂ ਤੁਸੀਂ ਆਪਣੇ ਆਪ ਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦੋਗੇ। ਜਦੋਂ ਤੁਹਾਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਉਦੋਂ ਆਪਣੇ ਆਪ ਹੀ ਤੁਹਾਡੀ ਸਕਿਨ ਨੇ ਗਲੋ ਕਰਨਾ। ਜਦੋਂ ਤੁਸੀਂ ਆਪਣੇ ਆਪ ਨੂੰ ਸਮੇਂ ਦੇਣ ਲੱਗੇ ਤੁਹਾਡੀ ਬਾਡੀ ਨੇ ਆਪਣੇ ਆਪ ਹੀ ਅੱਛਾ ਰਿਸਪੌਂਡ ਕਰਨਾ ਹੈ ਕਿ ਨਹੀਂ ਇਹ ਮੇਰੇ ਲਈ ਕਰ ਰਿਹਾ ਤਾਂ ਲੈਟਸ ਸ਼ਾਈਨ। ਤੇ ਫਿਰ ਜਦੋਂ ਤੁਸੀਂ ਸ਼ਾਈਨ ਕਰ ਰਹੇ ਹੋ ਫਿਰ ਸਭ ਦੇਖਦੇ ਆ ਕੁਝ ਤਾਂ ਬਦਲਿਆ ਇਹਨਾਂ ਨੇ, ਕੁਝ ਚੇਂजेस ਨੇ। ਖੁਸ਼ ਰਹਿਣਾ ਸਿੱਖ, थोड़ा आसान लगन लग जाएगा, सीख लांगे कि किस तरह थोड़ा अपने आप दे लिए जीना है, फिर ओदी चमक अलग है। जी, ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ? ਕਿਉਂਕਿ ਬਹੁਤ ਯੋਗਾ ਦਾ ਟੌਪਿਕ ਤਾਂ ਇੰਨਾ ਕੁ ਜ਼ਿਆਦਾ ਕਹਿ ਲਓ ਵਾਈਡ ਹੈ ਵੀ ਜੇ ਇਹਨੂੰ ਕਵਰ ਕਰਨ ਜਾਈਏ ਤਾਂ ਕਾਫੀ ਵੱਡੀ ਵੀਡੀਓ ਹੋਣ ਵਾਲੀ ਹੈ। ਅਸੀਂ ਦੁਬਾਰਾ ਗੱਲਬਾਤ ਜ਼ਰੂਰ ਕਰਾਂਗੇ, ਪਰ ਅੱਜ ਵਾਸਤੇ ਕੀ ਮੈਸੇਜ ਹੈ? ਕਿਉਂਕਿ ਯੋਗਾ ਡੇ ਸਪੈਸ਼ਲ ਅਸੀਂ ਕਰ ਰਹੇ ਹਾਂ ਔਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਯੋਗਾ ਦੇ ਨਾਲ ਆਪਣੀ ਜ਼ਿੰਦਗੀ ਬਦਲ ਚੁੱਕੇ ਨੇ ਤੇ ਕੁਝ ਉਸ ਦੇ ਰਾਹ 'ਤੇ ਨੇ, ਤੇ ਇੱਕ ਜਿਹੜਾ ਵਿਸ਼ਵਾਸ ਹੈ ਉਹ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਕਈਆਂ ਨੂੰ ਲੱਗਦਾ ਵੀ ਅਸੀਂ ਜੇ ਯੋਗਾ ਕਰਤਾ ਰਹੇ ਹਾਂ ਪਰ ਪਤਾ ਨਹੀਂ ਫਰਕ ਪਏਗਾ ਜਾਂ ਨਹੀਂ ਪਏਗਾ, ਪਰ ਇਹ ਨਹੀਂ ਪਤਾ ਵੀ ਯੋਗਾ ਦੇ ਨਾਲ ਹੀ ਸਾਰਾ ਕੁਝ ਚੇਂਜ ਹੋਣ ਵਾਲਾ ਹੈ। ਤਾਂ ਮੈਂ ਤਾਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਯੋਗਾ ਸ਼ੁਰੂ ਕੀਤਾ ਹੈ ਜਾਂ ਜੋ ਹਲੇ ਯੋਗਾ ਸ਼ੁਰੂ ਨਹੀਂ ਕਰ ਪਾ ਰਹੇ, ਤੁਸੀਂ ਆਪਣੇ ਆਪ ਦੇ ਨਾਲ ਥੋੜਾ ਜਿਹਾ ਸਮਾਂ ਨਿਕਾਲਣਾ ਸ਼ੁਰੂ ਕਰੋ, ਬਹੁਤ ਅੱਛਾ ਲੱਗੇਗਾ। ਤੁਹਾਨੂੰ ਆਪਣੇ ਆਪ ਦੇ ਨਾਲ ਪਿਆਰ ਹੋਏਗਾ, ਤੁਹਾਨੂੰ ਅਲੱਗ ਹੀ ਖੁਸ਼ੀ ਹੋਏਗੀ, ਤੁਹਾਡਾ ਮਨ ਕਰੇਗਾ ਕਿ ਯੋਗਾ ਦੇ ਲਈ ਸਮਾਂ ਨਿਕਾਲਿਆ ਜਾਏ, ਆਪਣੇ ਆਪ ਦੇ ਲਈ ਸਮਾਂ ਨਿਕਾਲਿਆ ਜਾਏ, ਕਿਉਂਕਿ ਬਹੁਤ ਜ਼ਰੂਰੀ ਹੈ। ਆਪਣੇ ਆਪ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਜੋ ਸਭ ਕੁਝ ਸਾਡੇ ਕੋਲ ਹੈ ਉਹ ਸਭ ਕੋਲ ਨਹੀਂ ਹੈ। ਤੁਹਾਡੇ ਕੋਲ ਇੰਨੀ ਸੋਹਣੀ ਹਿਊਮਨ ਬਾਡੀ ਹੈ, ਤੁਹਾਡੇ ਕੋਲ ਇੰਨੀ ਸੋਹਣੀ ਹਿਊਮਨ ਲਾਈਫ ਹੈ, ਜਸਟ ਇਹਦੀ ਕਦਰ ਕਰਨਾ, ਇਹਦੇ ਨਾਲ ਪਿਆਰ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ ਜੀ। ਅਗਰ ਆਪਾਂ ਇਹ ਸਿੱਖ ਲਿਆ ਤਾਂ ਫਿਰ ਤਾਂ ਸਭ ਕੁਝ ਵਧੀਆ ਹੈ ਨਾ। ਸ਼ੁਕਰਾਨਾ ਜ਼ਰੂਰੀ ਹੈ ਜੀ, ਇੰਨਾ ਸੋਹਣੀ ਲਾਈਫ ਮਿਲੀ ਹੈ, ਇੰਨੇ ਸੋਹਣੇ ਸਾਹ ਮਿਲੇ ਨੇ। ਸਭ ਨੂੰ ਨਹੀਂ ਪਤਾ ਕਿ ਕਿਸੇ ਨੂੰ ਵੀ ਨਹੀਂ ਪਤਾ ਨੈਕਸਟ ਕੀ ਹੈ, ਅਗਲਾ ਪਲ ਕੀ ਹੈ। ਅਗਰ ਆਪਾਂ ਆਪਣੀ ਬਾਡੀ ਦਾ ਸਾਥ ਦੇਵਾਂਗੇ ਤਾਂ ਫਿਰ ਇਹ ਸਾਡਾ ਹੋਰ ਸੋਹਣਾ ਸਾਥ ਦੇਗੀ, ਸਾਨੂੰ ਹੋਰ ਸਪੋਰਟ ਕਰੇਗੀ। ਅਸੀਂ ਜੋ ਚੀਜ਼ਾਂ ਨਹੀਂ ਕਰ ਪਾ ਰਹੇ ਉਹ ਚੀਜ਼ਾਂ ਵੀ ਕਰਨ ਦੇ ਲਈ ਮੋਟੀਵੇਟ ਕਰੇਗੀ, ਸਾਡਾ ਸਾਥ ਦੇਗੀ। ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਪਿਆਰ, ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਅੱਜ ਤੋਂ ਕਰ ਦਿਓ।
ਥੈਂਕ ਯੂ ਸੋ ਮਚ Thank you ਆਰਜ਼ੂ, so ਬਹੁਤ much. ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤਾਂ ਦੇਖੋ ਕੁਦਰਤ ਦੀ ਬਣਾਇਆ ਹੋਇਆ ਇਹ ਸਾਡਾ ਸਰੀਰ ਬਹੁਤ ਜ਼ਿਆਦਾ ਪਾਵਰ ਰੱਖਦਾ ਹੈ। ਇੱਕ ਇੱਕ ਅੰਗ ਤੁਹਾਨੂੰ ਹਰ ਇੱਕ ਮੈਸੇਜ ਦਿੰਦਾ। ਜੇ ਤੁਹਾਡੇ ਹੱਥ ਚੱਲਣੇ ਬੰਦ ਹੋ ਜਾਣ ਤਾਂ ਤੁਹਾਡੇ ਸਾਰੇ ਕੰਮ ਰੁਕ ਜਾਣਗੇ। ਜੇ ਤੁਹਾਡੇ ਪੈਰ ਚੱਲਣੇ ਬੰਦ ਹੋ ਜਾਣ ਤਾਂ ਤੁਸੀਂ ਤੁਰ ਫਿਰ ਕੇ ਕਿਤੇ ਆ ਜਾ ਨਹੀਂ ਸਕਦੇ। ਜੇ ਅੱਖਾਂ ਨਾ ਚੱਲਣ ਤਾਂ ਤੁਸੀਂ ਕੁਝ ਦੇਖ ਨਹੀਂ ਸਕਦੇ। ਜੇ ਮੂੰਹ ਨਹੀਂ ਚੱਲੇਗਾ ਤੇ ਖਾਲੀ ਢਿੱਡ ਕਿੱਥੇ ਵੀ ਨਹੀਂ ਜਾਣ ਦੇਗਾ। ਤਾਂ ਇਹ ਸਾਰੇ ਸਰੀਰਾਂ ਦੇ ਅੰਗ ਇੱਕ ਹਿਊਮਨ ਬੋਡੀ ਨੂੰ ਡਿਸਕ੍ਰਾਈਬ ਵੀ ਕਰਦੇ ਨੇ ਤੇ ਇਹਦੀ ਖੂਬਸੂਰਤੀ ਨੂੰ ਵਧਾਉਂਦੇ ਨੇ। ਤੇ ਯੋਗਾ ਇੱਕ ਇਹੋ ਜੀ ਚੀਜ਼ ਹੈ ਕਿ ਜਿਹੜੀ ਤੁਹਾਡੀ ਬੋਡੀ ਨੂੰ ਮੈਂਟਲੀ ਤੇ ਫਿਜ਼ੀਕਲੀ ਬਹੁਤ ਜ਼ਿਆਦਾ ਸਟਰੋਂਗ ਕਰਦੀ ਹੈ। ਇੱਕ ਬ੍ਰਿਜ ਜਿਹੜਾ ਉਹ ਬਣ ਜਾਂਦਾ ਹੈ ਕਿ ਤੁਸੀਂ ਸਿਰਫ ਫਿਜ਼ੀਕਲੀ ਨਹੀਂ ਸਟਰੋਂਗ ਹੋ ਰਹੇ, ਤੁਸੀਂ ਮੈਂਟਲੀ ਆਪਣੇ ਆਪ ਨੂੰ ਕਿੰਨਾ ਕੁ ਸਮਝ ਰਹੇ ਹੋ, ਆਪਣੀ ਬੋਡੀ ਨੂੰ ਕਿੰਨਾ ਕੁ ਸਮਝ ਰਹੇ ਹੋ, ਆਸ-ਪਾਸ ਦੇ এনवायरमेंट ਨੂੰ ਕਿਵੇਂ ਤੁਸੀਂ ਪੋਜ਼ਿਟਿਵਲੀ ਲੈਣਾ ਹੈ। ਕਿਉਂਕਿ ਅੱਜ ਕੱਲ ਸਮਾਂ ਜਿਹੜਾ ਇਹੋ ਜਿਹਾ ਬਹੁਤ ਜ਼ਿਆਦਾ ਖਰਾਬ ਵੀ ਚੱਲ ਰਿਹਾ, ਪਰ ਜੇ ਤੁਸੀਂ ਆਪਣੀ ਬੋਡੀ ਤੇ ਕੰਮ ਕਰਨਾ ਸ਼ੁਰੂ ਕਰਤਾ ਫਿਰ ਸਾਰਾ ਕੁਝ ਜਿਹੜਾ ਤੁਹਾਨੂੰ ਚੰਗਾ ਲੱਗੇਗਾ। ਉਹ ਵੀ ਇਹ ਕਹਿ ਸਕਦੇ ਹਾਂ ਵੀ ਸਾਰੇ ਆਸ-ਪਾਸ ਦੀ ਚੀਜ਼ਾਂ ਦੇ ਵਿੱਚ ਤੁਹਾਨੂੰ ਹਮੇਸ਼ਾ ਫੁੱਲਾਂ ਦੀ ਮਹਿਕਦੀ ਹੋਈ ਖੁਸ਼ਬੂ ਹੀ ਨਜ਼ਰ ਆਵੇਗੀ। ਤਾਂ ਇਦਾਂ ਦੀ ਹੋਰ ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ।